श्री वाहिगुरु साहिब जीओ। तेरे कवण कवण गुण कह कह गावां, तू साहिब गुणी निधाना। तुमरी महिमा वर्ण ना साको, तू ठाकुर ऊंच भगवाना। ऊंच अपार बेअंत स्वामी, कौन जाने गुण तेरे। गावते उदरें सुनते उदरें, बिनसें पाप कनेरे। पशु परेत मुगद को तारे, पाहन पार उतारे। नानक दास तेरी शरणाई, सदा सदा बलिहारे। जुगो जुग अटल, चवर छत्र तख्त दे मालिक, शब्द गुरु हाजरा हजूर धन धन श्री गुरु ग्रंथ साहिब जी। साहिब जी त्रुठे ने ਸਵਾਸਾਂ ਦੀ ਮਹੌਲਤ ਬਖਸ਼ੀ ਹੈ ਤੇ ਸਤਿਗੁਰੂ ਜੀ ਬਖਸ਼ਿਸ਼ ਰੂਪ ਦੇ ਵਿੱਚ ਵਰਤਦੇ ਹੋਏ ਆਪਣੇ ਘਰ ਦੀ ਸੇਵਾ ਦੇ ਵਿੱਚ ਅੱਜ ਦਾ ਦਿਨ ਬਖਸ਼ ਰਹੇ ਨੇ। ਬੜੇ ਵੱਡੇ ਭਾਗ ਨੇ। ਆਪ ਸਮੂਹ ਗੁਰੂ ਕੀਆਂ ਸੰਗਤਾਂ ਜੋ ਸਾਹਿਬਾਂ ਦੇ ਭਾਵਨਾ ਪ੍ਰਥਾਏ ਪਿਆਰ ਰੱਖ ਕੇ ਹਫ਼ਤਾਵਾਰੀ ਦੀਵਾਨਾਂ ਦੇ ਵਿੱਚ ਜੁੜਨ ਆਉਂਦੀਆਂ ਨੇ। ਯਕੀਨਨ ਹੀ ਬਹੁਤ ਹੀ ਰਹਿਮਤਾਂ ਦੇ ਪਾਤਰ ਹੋ ਕਿ ਤਰਸ ਖਾਧਾ ਹੈ ਗੁਰੂ ਜੀ ਨੇ, ਤਾਂ ਹੀ ਤਰਸ ਪਿਆ ਮੈਂ ਰਹਿਮਤ ਹੋਈ ਸਤਿਗੁਰ ਸੱਜਣ ਮਿਲਿਆ। ਕਿਉਂਕਿ ਜਦੋਂ ਤਰਸ ਖਾਵੇ ਨਾ ਗੁਰੂ, ਤੇ ਗੁਰੂ ਦੇ ਤਰਸ ਖਾਣ ਦੀ ਨਿਸ਼ਾਨੀ ਇਹ ਹੈ ਕਿ ਹਿਰਦੇ ਦੇ ਵਿੱਚ ਭਾਵਨਾ ਬਣੇ ਤੇ ਮਨ ਕਰੇ ਮੈਂ ਗੁਰੂ ਕੋਲ ਬਵਾਂ, ਗੁਰੂ ਦੀ ਕੀਰਤੀ ਕੀਰਤਨ ਰੂਪ ਦੇ ਵਿੱਚ ਸੁਣਾ, ਗੁਰੂ ਦੀ ਕੀਰਤੀ ਬਾਣੀ ਪਾਠ ਰੂਪ ਦੇ ਵਿੱਚ ਸੁਣਾ, ਕਥਾ ਰੂਪ ਦੇ ਵਿੱਚ ਸੁਣਾ। ਸਮਝ ਲੈਣਾ ਜੇ ਮਨ ਟਿਕ ਰਿਹਾ ਨਾ ਗੁਰੂ ਦੇ ਚਰਨਾਂ 'ਚ, ਤੇ ਇਸ ਤੋਂ ਵੱਡੇ ਭਾਗ ਹੋ ਨਹੀਂ ਸਕਦੇ। ਸੋ ਆਓ ਕੁਝ ਪਲ ਸਾਹਿਬਾਂ ਦੇ ਚਰਨਾਂ ਵਿੱਚ ਜੁੜੀਏ। ਜੋ ਪਿਛਲੇ ਦਿਨ ਮੈਂ ਵਿਸ਼ਾ ਚਾਲੂ ਕੀਤਾ ਸੀ, ਖਾਲਸੇ ਦੇ ਮਹਾਨ ਪ੍ਰਕਾਸ਼ ਦਿਵਸ ਦੇ ਸੰਬੰਧ ਦੇ ਵਿੱਚ, ਉਸੇ ਨੂੰ ਮੈਂ ਅੱਗੇ ਤੋਰਨ ਦਾ ਯਤਨ ਕਰਾਂਗਾ। ਪਰ ਉਸ ਤੋਂ ਪਹਿਲਾਂ ਕੁਝ ਫੁੱਲ ਆਪਣੇ ਵੱਲੋਂ ਸ਼ਰਧਾ ਦੇ ਧੰਨ ਗੁਰੂ ਹਰਿਰਾਏ ਸਾਹਿਬ ਜੀ ਦੇ ਚਰਨਾਂ ਵਿੱਚ ਤੇ ਸ੍ਰੀ ਗੁਰੂ ਅਮਰਦਾਸ ਸਾਹਿਬ ਦੇ ਚਰਨਾਂ ਵਿੱਚ ਭੇਟ ਕਰਦਾ ਹੋਇਆ ਅੱਗੇ ਤੁਰਾਂਗਾ। ਪਰ ਉਸ ਤੋਂ ਪਹਿਲਾਂ ਆਓ ਸਾਰੇ ਕੋਈ ਰਸਨਾ ਵਾਂਝੀ ਨਾ ਰਵੇ, ਗੁਰੂ ਫਤਿਹ ਦੀ ਸਾਂਝ ਬਖਸ਼ੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰੇ ਬੜੇ ਸਤਿਕਾਰਯੋਗ ਵੀਰ ਬਲਜੀਤ ਸਿੰਘ ਜੀ ਹੁਣਾਂ ਨੇ ਇਤਿਹਾਸ ਦੇ ਝਰੋਖਿਆਂ ਦੇ ਵਿੱਚੋਂ ਆਪ ਜੀ ਦੇ ਨਾਲ ਧੰਨ ਗੁਰੂ ਹਰਿਰਾਏ ਸਾਹਿਬ ਜੀ ਦੇ ਜੀਵਨ ਬਿਰਤਾਂਤ ਪ੍ਰਤੀ ਅਣਮੁੱਲੇ ਵਿਚਾਰ ਸਾਂਝੇ ਕੀਤੇ ਨੇ। ਸਤਿਗੁਰੂ ਕਿਰਪਾ ਕਰਨ ਇਵੇਂ ਹੀ ਅਸੀਂ ਪ੍ਰਚਾਰਕ ਸਾਰੇ ਰਲ ਮਿਲ ਕੇ ਸਤਿਗੁਰ ਦੇ ਮਾਹੌਲ ਦੇ, ਇਸ ਗੁਰੂ ਘਰ ਦੇ ਮਾਹੌਲ ਨੂੰ ਏਡਾ ਵਧੀਆ ਬਣਾ ਸਕੀਏ ਕਿ ਇੱਥੇ ਜਿਹੜੀ ਵੀ ਗੁਰੂ ਕੀ ਸੰਗਤ ਆਵੇ ਅਸੀਂ ਇੱਕ ਗੁਲਦਸਤਾ ਪਰੋਸ ਕੇ ਉਹਨਾਂ ਨੂੰ ਤੋਰ ਸਕੀਏ, ਤਾਂ ਕਿ ਉਹ ਘਰ ਵਿੱਚ ਬੈਠ ਕੇ ਗੁਰਬਾਣੀ ਦੀ ਜੋ ਇੱਥੇ ਬੈਠ ਕੇ ਕੀਰਤੀ ਸੁਣੀ ਹੈ, ਜੋ ਇੱਥੇ ਗੁਰੂ ਦਰਬਾਰ ਦੇ ਵਿੱਚ ਬੈਠ ਕੇ ਗੁਰੂ ਦੀ ਕਥਾ ਸੁਣੀ ਹੈ, ਕਿ ਉਹ ਘਰ ਵਿੱਚ ਜਾ ਕੇ ਆਪਣੇ ਡਾਈਨਿੰਗ ਟੇਬਲ ਉੱਤੇ ਗੁਰਬਾਣੀ ਦੀ ਡਿਸਕਸ਼ਨ ਕਰ ਸਕਣ, ਨਾ ਕਿ ਸਾਡੇ ਵਰਗੀਆਂ ਗ੍ਰੰਥੀਆਂ ਭਾਈਆਂ ਦੀ। ਕਿਉਂਕਿ ਜਦੋਂ ਅਸੀਂ ਟੇਬਲ 'ਤੇ ਬੈਠ ਕੇ ਗੁਰਬਾਣੀ ਦੀ ਡਿਸਕਸ਼ਨ ਕਰਾਂਗੇ, ਸਾਡੇ ਬੱਚਿਆਂ ਦੀ ਸੁਰਤ ਵਿੱਚ, ਸਾਡੇ ਬੱਚਿਆਂ ਦੇ ਸੁਭਾਅ ਵਿੱਚ ਗੁਰਬਾਣੀ ਪ੍ਰਤੀ ਲਗਾਵ ਤੇ ਪਿਆਰ ਪੈਦਾ ਹੋਵੇਗਾ, ਜਿਹੜਾ ਬੜਾ ਅਤਿ ਜ਼ਰੂਰੀ ਹੈ। ਧੰਨ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਨੇ ਜਿਹੜੀ 63 ਸਾਲ ਦੀ ਉਮਰ ਦੇ ਵਿੱਚ ਆਪਣੀ ਪਿਆਰ
ਆਪਣਾ ਲਗਨ ਜੋ ਗੁਰੂ ਨਾਨਕ ਦੇ ਘਰ ਨਾਲ ਵਿਖਾਇਆ, ਉਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਹੀ ਮੋਟੀਵੇਟਡ ਆ ਉਹਨਾਂ ਬਜ਼ੁਰਗਾਂ ਵਾਸਤੇ ਜਿਹੜੇ ਇਹ ਕਹਿੰਦੇ ਨੇ ਅਸੀਂ ਬੁੱਢੇ ਹੋ ਗਏ ਹਾਂ, ਹੁਣ ਤੇ ਅਸੀਂ ਨਾਮ ਕਿਵੇਂ ਜਪੀਏ। ਸਤਿਗੁਰੂ ਗੁਰਦੇਵ ਜੀ ਨੇ ਉਹਨਾਂ ਵਾਸਤੇ ਇੱਕ ਚਾਨਣ ਮੁਨਾਰਾ ਜਿਹੜਾ ਬਣਾ ਕੇ ਖੜਾ ਕੀਤਾ। ਸਭ ਕਹਿੰਦੇ ਜੇ ਮੈਂ ਕਰ ਸਕਦਾ ਤੇ ਤੁਸੀਂ ਵੀ ਜਪ ਸਕਦੇ ਹੋ। ਮੈਂ ਅਕਸਰ ਬੇਨਤੀ ਕਰਦਾ ਹਾਂ, ਸਿੱਖ ਤੋਂ ਜਿਹੜਾ ਖਾਲਸੇ ਦਾ ਸਫ਼ਰ ਹੈ ਨਾ, ਜਿੱਦਣ ਸਾਨੂੰ ਸਮਝ ਆ ਗਿਆ ਉਦਣ ਸਾਡੇ ਸਵਾਲ ਜਿਹੜੇ ਨੇ ਨਾ ਉਹ ਗੁਰੂ ਤੋਂ ਨੱਠਣ ਦੇ ਨਹੀਂ ਹੋਣਗੇ, ਗੁਰੂ ਕੋਲ ਬਹਿਣ ਦੇ ਹੋਣਗੇ। ਅੱਜ ਬਹੁਤੇ ਸਵਾਲ ਜਿਹੜੇ ਸਾਡੇ ਹਿਰਦਿਆਂ ਚੋਂ ਜਿਹੜੇ ਫੁਰਦੇ ਨੇ ਉਹ ਐਕਸਕਿਊਜ਼ ਦੇ ਨੇ ਕਿ ਇਸ ਕਰਕੇ ਨਹੀਂ ਅਸੀਂ ਗੁਰੂ ਕੋਲ ਆ ਸਕਦੇ, ਇਸ ਕਰਕੇ ਪਾਠ ਨਹੀਂ ਕਰ ਸਕਦੇ, ਇਸ ਕਰਕੇ ਜੀਵਨ ਦੇ ਵਿੱਚ ਗੁਰੂ ਦੀ ਬਾਣੀ ਨੂੰ ਵਸਾ ਨਹੀਂ ਸਕਦੇ। ਪਰ ਜਦੋਂ ਅਸੀਂ ਇਸ ਸਿੱਖ ਤੋਂ ਖਾਲਸੇ ਦੇ ਸਫ਼ਰ ਨੂੰ ਸਮਝਾਂਗੇ ਫਿਰ ਇਹ ਸਵਾਲ ਮੁੱਕ ਜਾਣਗੇ। ਫਿਰ ਚਿੱਤ ਕਰੂਗਾ ਕਿ ਧੰਨ ਗੁਰੂ ਅਮਰਦਾਸ ਸਾਹਿਬ ਮਹਾਰਾਜ ਵਾਂਗੂ ਸਾਡਾ ਵੀ ਚਿੱਤ ਇਹੋ ਜਿਹਾ ਬਣ ਜਾਵੇ ਕਿ ਹਿਰਦੇ ਦੀ ਧੂ ਤੱਕ, ਹਿਰਦੇ ਦੀ ਪੁਕਾਰ ਐਸੀ ਬਣ ਜਾਵੇ ਕਿ ਭੱਟ ਸਾਹਿਬਾਨ ਕਹਿਣ ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਣਿਆ। ਜਿਹੜੀ ਤੇਰੀ ਉਪਮਾ ਉਹ ਸਾਡੇ ਕੋਲ ਕੀਤੀ ਨਹੀਂ ਜਾ ਸਕਦੀ। ਤੇਰੀ ਉਪਮਾ ਆਪਣੇ ਆਪ ਦੇ ਵਿੱਚ ਬਾ ਕਮਾਲ ਹੈ। ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਦੇ ਘਰ ਦੇ ਵਿੱਚ ਸਿੱਖ ਤੋਂ ਪੈਂਡਾ ਚਾਲੂ ਹੁੰਦਾ। ਮੈਂ ਕੱਲ ਵੀ ਬੇਨਤੀ ਕੀਤੀ ਸੀ ਦੀਵਾਨ ਦੇ ਵਿੱਚ ਕਿ ਜਦੋਂ ਗੁਰੂ ਨਾਨਕ ਪਾਤਸ਼ਾਹ ਜੀ ਨੇ ਇੱਕ ਕੌਮ ਦਾ ਜਜ਼ਬਾ ਰੱਖਿਆ ਨਾ, ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਕੱਲ ਦੀਆਂ ਗੱਲਾਂ ਨੇ, ਇਹ ਨਾ ਸੋਚਿਓ ਕਿ ਕੋਈ ਬਹੁਤ ਪੁਰਾਣਾ ਇਤਿਹਾਸ ਆ। 550-600 ਸਾਲ ਕੋਈ ਜ਼ਿਆਦਾ ਪੁਰਾਣਾ ਵਕਫਾ ਨਹੀਂ ਹੈ। ਇਹਦੇ ਪਿੱਛੇ ਸਦੀਆਂ ਦੇ ਪੁਰਾਣੇ ਇਤਿਹਾਸ ਦੇ ਪੰਨੇ ਪਏ ਸਨ, ਜਿਨ੍ਹਾਂ ਦੇ ਪੈਗੰਬਰਾਂ ਨੇ ਪੈਗਾਮ ਤੇ ਦਿੱਤਾ, ਉਹਨਾਂ ਦੇ ਅਨੁਯਾਈਆਂ ਨੇ ਉਸ ਪੈਗਾਮ ਨੂੰ ਕਬੂਲਿਆ ਵੀ। ਪਰ ਮੇਰੇ ਵਰਗੇ ਸ਼ਾਇਦ ਉਹਨਾਂ ਦੇ ਵਿੱਚ ਵੀ ਕੁਝ ਐਸੇ ਪ੍ਰਚਾਰਕ ਵੜ ਗਏ ਜਿਨ੍ਹਾਂ ਨੇ ਉਹਨਾਂ ਦੇ ਪੈਗਾਮ ਨੂੰ ਬਦਲ ਕੇ ਮਨੁੱਖਤਾ ਦੇ ਪੈਗਾਮ ਤੱਕ, ਇੱਕ ਪੰਡਤਾਂ ਦੇ ਬਿਆਨ ਤੱਕ, ਇੱਕ ਬ੍ਰਾਹਮਣੀ ਸੋਚ ਤੱਕ ਸੀਮਤ ਕਰਕੇ ਰੱਖ ਦਿੱਤਾ। ਹੁਣੇ ਭੱਟ ਸਾਹਿਬਾਨ ਦਾ ਸਵਈਆ ਕੀਰਤਨ ਰੂਪ ਦੇ ਵਿੱਚ ਗੁਰੂ ਘਰ ਦੇ ਰਾਗੀਆਂ ਸਾਹਿਬਾਨ ਨੇ ਗਾਇਆ ਸੀ। ਭੱਟ ਸਾਹਿਬਾਨ ਨੇ ਆਪਣਾ ਦਰਦ ਬਿਰਤਾਂਤ ਲੁਕਾਈ ਦੇ ਸਾਹਮਣੇ ਰੱਖਿਆ। ਜਦੋਂ ਗੁਰੂ ਅਰਜਨ ਦੇਵ ਜੀ ਦੇ ਘਰ ਵਿੱਚ ਪਹੁੰਚੇ ਨਾ, ਉਹਨਾਂ ਨੂੰ ਪੁੱਛਿਆ ਵੀ ਤੁਸੀਂ ਇੰਨਾ ਸਫ਼ਰ ਤੈਅ ਕੀਤਾ ਹੈ, ਆਪਣੇ ਜੀਵਨ ਦਾ ਕੋਈ ਐਕਸਪੀਰੀਅੰਸ ਦਿਓ। ਤਾਂ ਉਹਨਾਂ ਨੇ ਇੱਕ ਬੜੀ ਸੱਚਾਈ ਲੋਕਾਂ ਦੇ ਸਾਹਮਣੇ ਰੱਖੀ। ਪਤਾ ਕੀ ਕਹਿੰਦੇ ਨੇ ਉਹ? ਕਹਿੰਦੇ ਰਹਿਓ ਸੰਤ ਹੋ ਟੋਲ ਸਾਧ ਬਹੁਤ ਤੇਰੇ ਡਿੱਠੇ। ਡਿੱਠੇ ਦਾ ਮਤਲਬ ਹੁੰਦਾ ਵੇਖਣਾ। ਕਹਿੰਦੇ ਅਸੀਂ ਬੜੇ ਸੰਤ ਲੱਭੇ ਨੇ, ਬੜੇ ਲੱਭ ਕੇ ਵੇਖ ਲਏ ਆ। ਇਹਨਾਂ ਦੇ ਵਿੱਚੋਂ ਜਿਹੜੀ ਇੱਕ ਚੀਜ਼ ਸਮਝ ਆਈ ਨਾ, ਇਹ ਮੂੰਹ ਤੋਂ ਬਹੁਤ ਮਿੱਠੇ ਬੋਲਣ ਵਾਲੇ ਸਨ। ਮੈਂ ਬੇਨਤੀ ਕਰਾਂ, ਅੱਜ ਆਪਾਂ ਗੁਰਦੁਆਰੇ ਵਿੱਚ ਬੈਠੇ ਆ, ਪੰਡਤਾਂ ਦੀ ਗੱਲ ਨਹੀਂ ਇੱਥੇ ਹੋ ਰਹੀ। ਇੱਥੇ ਜਿਹੜਾ ਪੰਡਤ ਸ਼ਬਦ ਆ ਨਾ, ਅੱਜ ਵਾਚਣਾ ਪਊਗਾ। ਅੱਜ ਉਸ ਪੰਡਤ ਸ਼ਬਦ ਨੂੰ ਮੇਰੇ ਵਰਗੇ ਅੱਜ ਕਥਾਵਾਚਕਾਂ ਦੇ ਉੱਪਰ ਢਕਾਉਣਾ ਪਊਗਾ। ਗੁਸਤਾਖੀ ਮਾਫ, ਮੇਰੀ ਗੱਲ ਦਾ ਗੁੱਸਾ ਨਾ ਮਨਾਇਓ, ਇਹ ਗੁੱਸਾ ਮੈਨੂੰ ਮਨਾਉਣਾ ਚਾਹੀਦਾ। ਵੈਸੇ ਇਹ ਮੇਰੇ ਵਰਗੇ ਦੀ ਗੱਲ ਹੈ, ਤੁਹਾਡੀ ਗੱਲ ਨਹੀਂ ਮੈਂ ਕਰ ਰਿਹਾ। ਜਦੋਂ ਇਸ ਪੰਕਤੀ ਨੂੰ ਸਮਝਾਂਗੇ ਨਾ ਭੱਟ ਸਾਹਿਬਾਨ ਦੀ, ਭੱਟ ਸਾਹਿਬਾਨ ਕਹਿੰਦੇ ਮੂੰਹ ਤੋਂ ਇੰਨੇ ਮਿੱਠੀਆਂ ਗੱਲਾਂ ਕਰਦੇ ਆ, ਇੰਨਾ ਮਿੱਠਾ ਨਾਮ ਜਪਣ ਦੀਆਂ ਪਰਿਭਾਸ਼ਾਵਾਂ ਦਿੰਦੇ ਆ, ਇੰਨਾ ਮਿੱਠਾ ਬੋਲਦੇ ਆ ਕਿ ਅਸ਼ਸ਼ ਕਰ ਉਠੀਏ। ਪਰ ਕਹਿੰਦੇ ਜਦੋਂ ਕੋਲ ਜਾ ਕੇ ਇਹਨਾਂ ਦਾ ਢੱਕਣ ਚੁੱਕ ਕੇ ਵੇਖੋ ਨਾ, ਤੇ ਕਹਿੰਦੇ ਬੜੀ ਨਫ਼ਰਤ ਆ, ਬੜਾ ਸਾੜਾ, ਬੜਾ ਕੀਨਾ, ਬੜਾ ਹਿਰਦੇ ਵਿੱਚ ਮੈਲ ਭਰੀ ਹੈ। ਉਹਨਾਂ ਨੇ ਆਪਣਾ ਉਸ ਸਮੇਂ ਦਾ ਇੱਕ ਹਾਲ ਦੱਸਿਆ, ਜਿਸ ਕਰਕੇ ਅਸੀਂ ਉਹਨਾਂ ਕੋਲ ਨਹੀਂ ਬੈਠੇ, ਤੁਹਾਡੇ ਕੋਲ ਆਏ ਆ। ਤੁਹਾਡਾ ਇਹਨਾਂ ਦਿਨਾਂ ਦਾ ਬਿਰਤਾਂਤ ਸੁਣਿਆ ਹੈ, ਤੁਹਾਡੇ ਆਲੇ ਦੁਆਲੇ ਦੇ ਮਾਹੌਲ ਨੂੰ ਵੇਖਿਆ ਹੈ, ਤੇ ਸਾਡਾ ਚਿੱਤ ਕਰਦਾ ਹੈ ਅਸੀਂ ਧੰਨ ਗੁਰੂ ਅਰਜਨ ਦੇਵ ਜੀ ਤੁਹਾਡੇ ਘਰ ਵਿੱਚ ਟਿਕ ਜਾਈਏ। ਕਿਉਂਕਿ ਪਿਆਰ ਦੇਖਿਆ ਉਹਨਾਂ ਨੇ। ਉਹਨਾਂ ਦੇ ਸਾਹਮਣੇ ਇੱਕ ਦ੍ਰਿਸ਼ਟਾਂਤ ਸੀ ਕਿ ਪ੍ਰਿਥੀ ਚੰਦ ਸਗਾ ਭਰਾ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਬਾਬਤ ਬਕਵਾਦ ਲਾ ਰਿਹਾ ਹੈ, ਪਰ ਗੁਰੂ ਅਰਜਨ ਦੇਵ ਜੀ ਮਾਫੀ ਦੇ ਮੁਜੱਸਮੇ ਹੋ ਕੇ ਬੈਠੇ ਨੇ। ਕਹਿੰਦੇ ਗੱਲ ਹੀ ਕੋਈ ਨਹੀਂ, ਮੇਰਾ ਭਰਾ ਵਾ, ਫਿਰ ਕੀ ਆ, ਇਹਦੇ ਸਿਰ ਤੇ ਪੱਗ ਰੱਖ ਦਿਓ। ਜੇ ਘਰ ਦਾ ਕਿੱਸਾ ਮੁੱਕ ਜਾਂਦਾ ਹੈ, ਜੇ ਲੜਾਈ ਮੁੱਕ ਜਾਂਦੀ ਹੈ, ਇਹਦੇ ਸਿਰ ਤੇ ਪੱਗ ਰੱਖ ਦਿਓ। ਭੱਟ ਸਾਹਿਬਾਨ ਨੇ ਇਹ ਦ੍ਰਿਸ਼ਟਾਂਤ ਦੇਖਿਆ ਸੀ, ਇਹ ਮਿਠਾਸ ਦੇਖੀ ਸੀ, ਗੁਰੂ ਨਾਨਕ ਦੇ ਘਰ ਦੀ ਇਹ ਪਵਿੱਤਰਤਾ ਦੇਖੀ ਸੀ। ਗੁਰੂ ਨਾਨਕ ਸਾਹਿਬ ਦਾ ਉਹ ਸੁਨੇਹਾ
ਫੁੱਟ ਫੁੱਟ ਗੁਰੂ ਨਾਨਕ ਦੇ ਘਰੋਂ ਪੈਂਦਾ ਵੇਖਿਆ ਸੀ, ਜਿਹਦੇ ਵਿੱਚ ਮਨੁੱਖਤਾ ਨੂੰ ਅਵਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ ਦੀ ਗੱਲ ਗੁਰੂ ਨਾਨਕ ਦੇ ਘਰ ਵਿੱਚ ਉਹਨਾਂ ਨੂੰ ਪ੍ਰਗਟਾਉਂਦੀ ਤੇ ਨਜ਼ਰ ਆਉਂਦੀ ਦੇਖੀ ਸੀ। ਉਹਨਾਂ ਨੇ ਇਹ ਜੀਵਨ ਕੇਵਲ ਗੁਰੂ ਸਾਹਿਬਾਨ ਦਾ ਨਹੀਂ ਵੇਖਿਆ, ਭੱਟ ਸਾਹਿਬਾਨ ਨੇ ਉਸ ਸਮੇਂ ਦੇ ਜਿਹੜੇ ਦਾਰਸ਼ਨਿਕ ਸਿੱਖ ਸਨ, ਜਿਹੜੇ ਪ੍ਰੈਕਟਿਸ ਕਰ ਰਹੇ ਸਨ ਗੁਰਸਿੱਖ ਬਣਨ ਦੀ। ਮੈਂ ਬੇਨਤੀ ਕਰਾਂ, ਜਦੋਂ ਆਪਾਂ ਗੁਰੂ ਗ੍ਰੰਥ ਸਾਹਿਬ ਕੋਲ ਆ ਕੇ ਬਹਿੰਦੇ ਹਾਂ ਉਦੋਂ ਆਪਾਂ ਸਿੱਖ ਹਾਂ। ਜਦੋਂ ਆਪਾਂ ਧੰਨ ਗੁਰੂ ਗ੍ਰੰਥ ਸਾਹਿਬ ਦੇ ਕੋਲ ਬੈਠ ਕੇ ਗੁਰੂ ਦੀ ਬਾਣੀ ਨੂੰ ਆਪਣੇ ਜੀਵਨ ਦੇ ਵਿੱਚ ਵਾਚਣ ਦੀ ਕੋਸ਼ਿਸ਼ ਕਰਦੇ ਹਾਂ ਉਦੋਂ ਆਪਾਂ ਗੁਰਸਿੱਖ ਹਾਂ, ਭਾਵ ਗੁਰੂ ਦੀ ਸਿੱਖਿਆ ਤੇ ਤੁਰਨ ਦਾ ਯਤਨ ਕਰ ਰਹੇ ਹਾਂ। ਜਦੋਂ ਗੁਰੂ ਦੀ ਸਿੱਖਿਆ ਹਿਰਦੇ ਵਿੱਚ ਵਸ ਜਾਵੇ, ਜਦੋਂ ਗੁਰੂ ਵਰਗਾ ਜੀਵਨ ਧਾਰਨ ਨੂੰ ਜੀ ਕਰੇ, ਉਦੋਂ ਸ਼ਬਦ ਬਣਦਾ ਹੈ ਖਾਲਸਾ। ਹੁਣ ਜਿਹਦੇ ਵਿੱਚ ਕੋਈ ਮਿਲਾਵਟ ਨਹੀਂ, ਜਿਹਦੇ ਵਿੱਚ ਕੋਈ ਫਰਕ ਨਹੀਂ, ਜਿਹਦੇ ਵਿੱਚ ਕੋਈ ਭੇਦ ਨਹੀਂ, ਜਿਸ ਨੂੰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਅਨੰਦਪੁਰ ਦੀ ਠੇਰੀ ਦੇ ਉੱਤੇ ਮੱਥਾ ਚੁੰਮ ਕੇ ਕਹਿੰਦੇ ਨੇ, ਖਾਲਸਾ ਮੇਰੋ ਰੂਪ ਹੈ ਖਾਸ। ਸਿੱਖ ਤੋਂ ਖਾਲਸੇ ਦਾ ਪੈਂਡਾ ਹੈ, ਤੇ ਸਿੱਖ ਤੋਂ ਖਾਲਸੇ ਦਾ ਪੈਂਡਾ ਜਿਹੜਾ ਹੈ ਨਾ, ਉਹ ਇਸ ਕਰਕੇ ਉਹ ਪੈਂਡਾ ਜਿਹਦੇ ਵਿੱਚ ਮੈਂ ਕਈ ਵਾਰੀ ਸੋਚਦਾ, ਇੱਥੇ ਗੱਲ ਸੋਚਦਾ, ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਅਨੰਦਪੁਰ ਦੀ ਠੇਰੀ ਤੱਕ ਪਹੁੰਚਣ ਤੋਂ ਪਹਿਲਾਂ ਨਾ ਸਿੱਖ ਨੂੰ ਮਜ਼ਬੂਤ ਕੀਤਾ। ਬਾਬਾ ਕਬੀਰ ਜੀ ਨੂੰ ਪੁੱਛਿਆ, ਕਬੀਰ ਜੀ ਤੁਸੀਂ ਕਿਸ ਤਰੀਕੇ ਦੀ ਖਾਲਸੇ ਦੀ ਪਰਿਭਾਸ਼ਾ ਦਿੰਦੇ ਹੋ? ਬਾਬਾ ਕਬੀਰ ਜੀ ਕਹਿੰਦੇ, ਜੇ ਕੋਈ ਮੈਨੂੰ ਪੁੱਛੇ ਨਾ ਕਿ ਖਾਲਸਾ ਕੀ ਹੁੰਦਾ ਹੈ, ਮੈਂ ਸਮਝਦਾ ਖਾਲਸੇ ਨੂੰ ਡਿਫਾਈਨ ਬਾਬਾ ਕਬੀਰ ਜੀ ਨੇ ਕੀਤਾ ਤੇ ਉਸ ਖਾਲਸੇ ਨੂੰ ਜ਼ਮੀਨ ਉੱਤੇ ਉਤਾਰਿਆ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ। ਬਾਬਾ ਕਬੀਰ ਜੀ ਕਹਿੰਦੇ, ਕਹੋ ਕਬੀਰ ਜਨ ਭੈ ਖਾਲਸੇ ਪ੍ਰੇਮ ਭਗਤ ਜਿਨ ਜਾਨੀ। ਡਿਫਾਈਨ ਡੈਫੀਨੇਸ਼ਨ ਦਿੱਤੀ ਉਹਨਾਂ ਨੇ। ਕਹਿੰਦੇ ਖਾਲਸੇ ਦੀ ਪਰਿਭਾਸ਼ਾ ਪਤਾ ਕੀ ਹੈ? ਜਿਹਦੇ ਵਿੱਚ ਨੰਬਰ 1 ਤੇ ਪ੍ਰੇਮ ਹੋਵੇ। ਜਿੱਥੇ ਪ੍ਰੇਮ ਹੁੰਦਾ ਨਾ ਉੱਥੇ ਪਕੜ ਨਹੀਂ ਜੇ ਹੁੰਦੀ, ਚੇਤਾ ਰੱਖਿਓ। ਪ੍ਰੇਮ ਦੇ ਵਿੱਚ ਕਦੀ ਦਵੈਤ ਨਹੀਂ ਹੁੰਦੀ। ਦਵੈਤ ਮਤਲਬ ਦੂਜਾ ਭਾਵ। ਪ੍ਰੇਮ ਦੇਣਾ ਸਿਖਾਉਂਦਾ ਹੈ, ਪ੍ਰੇਮ ਲੈਣਾ ਨਹੀਂ ਸਿਖਾਉਂਦਾ। ਇਸੇ ਕਰਕੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸਵਈਆਂ ਵਿੱਚ ਇਹ ਗੱਲ ਕਹੀ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਬਾਬਾ ਕਬੀਰ ਜੀ ਕਹਿੰਦੇ, ਮੈਂ ਐਸੇ ਖਾਲਸੇ ਦੀ ਪਰਿਭਾਸ਼ਾ ਦੇਣੀ ਚਾਹੁੰਦਾ, ਤੇ ਧੰਨ ਗੁਰੂ ਨਾਨਕ ਸਾਹਿਬ ਕਹਿੰਦੇ, ਉਸ ਖਾਲਸੇ ਨੂੰ ਮੈਂ ਜ਼ਮੀਨ ਤੇ ਉਤਾਰਾਂਗਾ। ਲੱਗਣਗੇ ਮੈਨੂੰ ਜ਼ਰੂਰ 240 ਸਾਲ, ਪਰ ਉਸ ਖਾਲਸੇ ਨੂੰ ਮੈਂ ਜ਼ਮੀਨ ਤੇ ਉਤਾਰਾਂਗਾ। ਉਸ ਖਾਲਸੇ ਦੇ ਜੀਵਨ ਦੇ ਵਿੱਚ ਇਹੋ ਜਿਹੀ ਕਲਾ ਭਰ ਦੇਵਾਂਗਾ ਕਿ ਜਦੋਂ ਉਹ ਖਾਲਸਾ ਜ਼ਮੀਨ ਦੇ ਉੱਤੇ ਆਪਣੇ ਘੋੜਿਆਂ ਦੀਆਂ ਟਾਪਾਂ ਦੇ ਨਾਲ ਆਪਣਾ ਸਫ਼ਰ ਤੈਅ ਕਰੇਗਾ ਨਾ, ਉਹ ਦਰਿਆ ਖੈਬਰ ਤੋਂ ਲੈ ਕੇ ਮਹਾਰਾਸ਼ਟਰ ਦੀ ਧਰਤੀ ਤੱਕ ਖਾਲਸਾ ਹੀ ਨਿਸ਼ਾਨ ਝੂਲਾ ਦੇਵੇਗਾ। ਮੈਂ ਕਈ ਵਾਰੀ ਸੋਚਦਾ ਹੁੰਨਾ, ਜਦੋਂ ਗੁਰੂ ਨਾਨਕ ਪਾਤਸ਼ਾਹ ਜੀ ਨੇ ਖਾਲਿਸਤਾਨ ਦਾ ਜਦੋਂ ਪੈਮਾਨਾ ਮਿਥਿਆ ਹੋਊਗਾ ਨਾ, ਖਾਲਿਸਤਾਨ ਦਾ ਮਤਲਬ ਸਮਝਿਓ ਉਹ ਸਥਾਨ ਜਿੱਥੇ ਖਾਲਸਾਈ ਲੋਕ ਰਹਿਣ, ਉਹ ਸਥਾਨ ਜਿੱਥੇ ਮਿਲਾਵਟੀ ਲੋਕਾਂ ਵਾਸਤੇ ਕੋਈ ਥਾਂ ਨਹੀਂ, ਉਹ ਸਥਾਨ ਜਿੱਥੇ ਸਾਰਿਆਂ ਵਾਸਤੇ ਪ੍ਰੇਮ ਕਰਨ ਵਾਲੇ, ਦੂਸਰੇ ਦੇ ਧਰਮ ਦੀ ਰਾਖੀ ਕਰਨ ਵਾਲੇ, ਦੂਸਰੇ ਦਾ ਪੂਰਾ ਮਾਨ ਸਨਮਾਨ ਕਰਨ ਵਾਲੇ, ਧੀਆਂ ਦੀ ਪੱਤ ਬਚਾਉਣ ਵਾਲੇ, ਧੀਆਂ ਨੂੰ ਮਾਨ ਸਨਮਾਨ ਦੇਣ ਵਾਲਿਆਂ ਦੀ ਧਰਤੀ ਹੋਵੇਗੀ। ਉਹ ਜਿੱਥੇ ਮਸੀਤ ਨੂੰ ਵੀ ਉਤਨਾ ਹੀ ਮਾਨ ਮਿਲੇਗਾ, ਉੱਥੇ ਮੰਦਰ ਨੂੰ ਵੀ ਉਨਾ ਹੀ ਸਨਮਾਨ ਦਿੱਤਾ ਜਾਵੇਗਾ। ਜਿੱਥੇ ਹਿੰਦੂ ਵੀ ਆਪਣਾ ਪਾਠ ਆਪਣਾ ਮੰਦਰ ਦੇ ਵਿੱਚ ਬੈਠ ਕੇ ਆਪਣੀਆਂ ਵੇਦਾਂ ਦਾ ਪਾਠ ਕਰਨ ਲੱਗਿਆ ਬਿਲਕੁਲ ਵੀ ਨਾ ਡਰੇਗਾ ਨਾ ਝਿਜਕੇਗਾ, ਉੱਥੇ ਮਸਜਿਦ ਵਿੱਚ ਬੈਠ ਕੇ ਨਮਾਜ਼ ਪੜ੍ਹਨ ਵਾਲਾ ਨਮਾਜ਼ੀ ਵੀ ਉਨਾ ਹੀ ਬੇਖੌਫ ਹੋ ਕੇ ਆਪਣੀ ਨਮਾਜ਼ ਨੂੰ ਅਦਾ ਕਰੇਗਾ। ਉਹ ਸਥਾਨ ਗੁਰੂ ਨਾਨਕ ਨੇ ਤੈਅ ਕੀਤਾ। ਇਸੇ ਕਰਕੇ ਗੁਰੂ ਨਾਨਕ ਸਾਹਿਬ ਨੇ ਆਪਣਾ ਸਫ਼ਰ ਸੁਲਤਾਨਪੁਰ ਤੋਂ ਜਦੋਂ ਤੋਰਿਆ, ਮਹਾਰਾਸ਼ਟਰ ਦੀ ਧਰਤੀ ਦੇ ਉੱਪਰ ਗੁਰੂ ਗੋਬਿੰਦ ਸਿੰਘ ਨੇ ਹੋ ਨਿਬੇੜਿਆ। ਗੁਰੂ ਨਾਨਕ ਪਾਤਸ਼ਾਹ ਜੀ ਸਫ਼ਰ ਆਪਣਾ ਸ਼ੁਰੂ ਕਰਦੇ ਨੇ ਸੁਲਤਾਨਪੁਰ ਤੋਂ, ਜਿੱਥੇ ਉਹ ਕਹਿੰਦੇ ਨੇ, ਨਾ ਹਮ ਹਿੰਦੂ ਨਾ ਮੁਸਲਮਾਨ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਉਸ ਸਫ਼ਰ ਨੂੰ ਮੁਕਾਉਂਦੇ ਨੇ ਮਹਾਰਾਸ਼ਟਰ ਦੀ ਧਰਤੀ ਦੇ ਉੱਪਰ ਹਜ਼ੂਰ ਸਾਹਿਬ, ਧੰਨ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਬੈਠ ਕੇ, ਕਿ ਅੱਜ ਮੈਂ ਹਜ਼ੂਰ ਥਾਪਣ ਲੱਗਾ, ਅੱਜ ਇਸ ਸਮੁੱਚੇ ਖਾਲਸੇ ਨੂੰ ਹਜ਼ੂਰ ਵਿੱਚ ਲਿਆਉਣਾ ਚਾਹੁੰਦਾ। ਹੁਣ ਤੁਸੀਂ ਦੇਖੋ, ਦਰਿਆ ਖੈਬਰ ਤੋਂ ਲੈ ਕੇ ਸਿੱਖੀ ਦੇ ਨਿਸ਼ਾਨਾਂ ਨੂੰ ਝੁਲਾਉਣ ਵਾਲੇ ਉਹਨਾਂ ਗੁਰਸਿੱਖਾਂ ਦਾ ਕਾਫਲਾ, ਤੇ ਅੱਜ ਦੇ ਦਿਨ ਦੇ ਵਿੱਚ ਅੰਮ੍ਰਿਤਸਰ ਤੋਂ ਲੈ ਕੇ ਮੋਹਾਲੀ ਦੀ ਧਰਤੀ ਉੱਤੇ ਖਾਲਿਸਤਾਨ ਮੁੱਕ ਜਾਂਦਾ। ਜੇ ਮਾਫ ਕਰ ਦਿਓ, ਮੋਹਾਲੀ ਦੀ ਧਰਤੀ ਦੇ ਉੱਤੋਂ ਖਾਲਸਾਈ ਨਿਸ਼ਾਨ, ਅੰਮ੍ਰਿਤਸਰ ਤੋਂ ਖਾਲਸਾਈ ਨਿਸ਼ਾਨ ਤੁਰਦਾ ਹੈ, ਜਿਹਨੂੰ ਅਸੀਂ ਆਪਣੇ ਪੰਜਾਬ ਦੀ ਹੱਕ ਕਹਿੰਦੇ ਆ, ਆਪਣੇ ਪੰਜਾਬ ਦੀ ਹੱਦ ਕਹਿੰਦੇ ਆ।
ਅੱਜ ਉਹ ਨਿਸ਼ਾਨ ਮੁਹਾਲੀ ਦੀ ਧਰਤੀ ਤੱਕ ਜਾ ਕੇ ਖਤਮ ਹੋ ਜਾਂਦੇ ਨੇ, ਜਿਹੜੇ ਆਉਣ ਵਾਲਾ ਜਿਹੜਾ ਸਮਾਂ ਜਿਹੜਾ ਪਿੱਛੇ ਨਿਬੜਿਆ ਤੁਹਾਨੂੰ ਸਾਰਿਆਂ ਨੂੰ ਪਤਾ। ਤੁਸੀਂ ਦੱਸੋ ਖਾਂ। ਕਹਿੰਦੇ ਪੁੱਤਰ ਉਹ ਹੁੰਦਾ ਹੈ ਜੋ ਆਪਣੇ ਬਾਪ ਦੀ, ਸੁਪੁੱਤਰ ਹੁੰਦਾ ਹੈ ਜੋ ਆਪਣੇ ਬਾਪ ਦੀ ਕਮਾਈ ਨੂੰ ਦੂਣੀ ਤੀਣੀ ਕਰ ਦੇਵੇ। ਤੇ ਸਾਨੂੰ ਸੋਚਣਾ ਪਊਗਾ ਅਸੀਂ ਕਿਸ ਕੈਟਾਗਰੀ ਵਿੱਚ ਖਲੋਤੇ ਹਾਂ, ਅਸੀਂ ਕਿੱਥੇ ਜਾ ਕੇ ਖਲੋਵਾਂਗੇ। ਕਾਰਨ ਕੀ ਬਣਿਆ? ਅਸੀਂ ਗੁਰੂ ਗ੍ਰੰਥ ਸਾਹਿਬ ਤੇ ਆਮ ਜੀਵਨ ਨੂੰ ਜੁਦਾ ਕਰ ਦਿੱਤਾ। ਅੱਜ ਕਾਰਨ ਪਤਾ ਕੀ ਬਣਿਆ? ਗੁਰਦੁਆਰਾ ਸਾਡੇ ਘਰ ਤੋਂ ਜੁਦਾ ਹੋ ਗਿਆ। ਮਾਫ ਕਰ ਦਿਓ, ਜਦੋਂ ਘਰ ਤੋਂ ਗੁਰਦੁਆਰਾ ਜੁਦਾ ਹੋ ਜਾਵੇਗਾ ਨਾ, ਉਦੋਂ ਪਦਾਰਥਵਾਦ ਤੇ ਧਰਮ ਦੀ ਦੁਨੀਆ ਬਦਲ ਜਾਵੇਗੀ। ਮੈਂ ਧਰਮ ਉਹ ਨਹੀਂ ਕਹਿ ਰਿਹਾ ਜਿਹੜਾ ਧਰਮ ਪਰਿਭਾਸ਼ਿਤ ਅੱਜ ਦੀ ਡੇਟ ਵਿੱਚ ਅਸੀਂ ਕਰ ਰਹੇ ਹਾਂ। ਅੱਜ ਦੀ ਸ਼ਬਦਾਵਲੀ ਵਿੱਚ ਧਰਮ ਇਹ ਹੈ ਕਿ ਧਰਮੀ ਦਿਸਣਾ ਚਾਹੀਦਾ ਹੈ। ਧਰਮ ਇਹ ਹੈ ਕਿ ਕੌਣ ਬੰਦਾ ਕਿੰਨੀਆਂ ਬਾਣੀਆਂ ਦੇ ਪਾਠ ਕਰਦਾ ਹੈ। ਮਾਫ ਕਰ ਦਿਓ, ਮੇਰੀ ਗੱਲ ਨੂੰ ਬਰੀਕੀ ਨਾਲ ਸਮਝਿਓ, ਚੁਭਵੀਂ ਗੱਲ ਜ਼ਰੂਰ ਹੋਵੇਗੀ। ਜੇ ਨਾ ਸਮਝ ਆਵੇ ਤੇ ਦੁਬਾਰਾ ਪੁੱਛ ਲਿਓ। ਅੱਜ ਦੀ ਡੇਟ ਦੇ ਵਿੱਚ ਜਿਹੜੀ ਧਰਮ ਦੀ ਫਿਲਾਸਫੀ ਹੈ ਨਾ, ਉਹ ਇਹ ਗਿਣੀ ਜਾਂਦੀ ਹੈ ਕਿ ਇਸ ਮਨੁੱਖ ਨੇ ਕਿੰਨੀ ਵਾਰੀ ਆ ਕੇ ਗੁਰਦੁਆਰੇ ਵਿੱਚ ਮੱਥਾ ਟੇਕਿਆ ਹੈ, ਇਹਨੇ ਕਿੰਨੀਆਂ ਯਾਤਰਾਵਾਂ ਕੀਤੀਆਂ ਨੇ, ਕਿੰਨੀ ਵਾਰੀ ਇਹ ਹਜੂਰ ਸਾਹਿਬ ਗਿਆ ਹੈ, ਕਿੰਨੀ ਵਾਰੀ ਹੇਮਕੁੰਟ ਸਾਹਿਬ ਗਿਆ ਹੈ। ਅਸੀਂ ਮਿੱਥਦੇ ਹਾਂ ਬੜਾ ਵੱਡਾ ਧਰਮੀ ਹੈ। ਗੁਰੂ ਅਮਰਦਾਸ ਸਾਹਿਬ ਜੀ 63 ਸਾਲ, ਖਿਮਾ ਕਰਨਾ 21 ਸਾਲ ਤੋਂ ਜ਼ਿਆਦਾ ਸਫ਼ਰ ਗੁਰੂ ਅੰਗਦ ਦੇਵ ਜੀ ਨੇ ਕੀਤਾ ਹੈ ਗੰਗਾ ਦੀ ਯਾਤਰਾ ਤੇ ਇਹ ਨਹੀਂ ਕਿ ਉਹਨਾਂ ਨੇ ਸਾਡੇ ਵਾਂਗੂ ਗੰਗਾ ਮਨਾਈ ਹੋਵੇਗੀ, ਨਹੀਂ, ਬੜੀ ਇਮਾਨਦਾਰੀ ਨਾਲ ਮਨਾਈ ਹੋ, ਬੜੀ ਇਮਾਨਦਾਰੀ ਦੇ ਨਾਲ ਉਹਨਾਂ ਨੇ ਗੰਗਾ ਦੇਵੀ ਦੀ ਪੂਜਾ ਕੀਤੀ ਹੋਵੇਗੀ। ਗੁਰੂ ਅਮਰਦਾਸ ਸਾਹਿਬ ਜੀ ਵੈਸ਼ਨੂ ਦੇ ਭਗਤ ਰਹੇ ਨੇ, ਵੈਸ਼ਨੂ ਮਤ ਦੇ ਅਨੁਯਾਈ ਰਹੇ ਨੇ, ਬੜੀ ਇਮਾਨਦਾਰੀ ਨਾਲ ਸੇਵਾ ਕੀਤੀ ਹੋਵੇਗੀ, ਤਾਂ ਹੀ ਇੱਕ ਵੈਸ਼ਨੂ ਸਾਧ ਗੁਰੂ ਅਮਰਦਾਸ ਸਾਹਿਬ ਦਾ ਮੁਰੀਦ ਉੱਠਦਾ। ਪਰ ਜਿੱਦਣ ਉਹ ਗੁਰੂ ਨਾਨਕ ਦੇ ਘਰ ਵਿੱਚ ਆਉਂਦੇ ਨਾ, ਗੁਰੂ ਅੰਗਦ ਦੇਵ ਜੀ ਦੇ ਘਰ ਦੇ ਵਿੱਚ, ਇੱਥੇ ਧਰਮ ਦੀ ਪਰਿਭਾਸ਼ਾ ਉਹਨਾਂ ਨਾਲੋਂ ਡਿਫਰੈਂਟ ਮਿਲੀ। ਇੱਥੇ ਉਹ ਧਰਮ ਦੀ ਪਰਿਭਾਸ਼ਾ ਦੇਖਣ ਨੂੰ ਨਹੀਂ ਮਿਲੀ ਜਿਹੜੀ ਅੱਜ ਤੱਕ ਕੰਨਾਂ ਦੇ ਵਿੱਚ ਪੈ ਰਹੀ ਸੀ, ਅੱਖਾਂ ਨਾਲ ਵੇਖੀ ਜਾ ਰਹੀ ਸੀ, ਕੁਰੂਕਸ਼ੇਤਰ ਦੀ ਧਰਤੀ ਤੋਂ ਲੈ ਕੇ ਹਿੰਦੂ ਤੀਰਥਾਂ ਦੇ ਧਾਰਮਿਕ ਸਥਾਨਾਂ ਤੱਕ। ਜਿੱਦਣ ਸਾਈਂ ਮੀਆਂ ਮੀਰ ਧੰਨ ਗੁਰੂ ਅਰਜਨ ਦੇਵ ਜੀ ਕੋਲ ਆਇਆ ਨਾ, ਉਦਣ ਉਹਨੂੰ ਧਰਮ ਦੀ ਪਰਿਭਾਸ਼ਾ ਇੱਕ ਨਵੇਕਲੀ ਵੇਖਣ ਲਈ ਮਿਲੀ। ਉਦਣ ਉਹਨੂੰ ਉੱਥੇ ਉਹ ਪਰਿਭਾਸ਼ਾ ਨਜ਼ਰ ਨਹੀਂ ਆਈ ਜਿਹੜੀ ਮਸਜਿਦਾਂ ਵਿੱਚ ਮੌਲਵੀ ਦੇ ਰਹੇ ਸਨ। ਜਿੱਦਣ ਪੀਰ ਬੁੱਧੂ ਸ਼ਾਹ ਆਪਣੇ 700 ਮੁਰੀਦ ਲੈ ਕੇ ਧੰਨ ਗੁਰੂ ਗੋਬਿੰਦ ਸਿੰਘ ਦੇ ਨਾਲ, ਗੁਰੂ ਗੋਬਿੰਦ ਰਾਏ ਜੀ ਦੇ ਨਾਲ ਜਾਂ ਭੰਗਾਣੀ ਦੇ ਮੈਦਾਨ ਦੇ ਵਿੱਚ ਖਲੋਤਾ ਨਾ, ਉਦਣ ਸਮਝਣਾ ਪਊਗਾ ਉਹਦੀ ਧਰਮ ਦੀ ਪਰਿਭਾਸ਼ਾ ਅੱਜ ਦੀ ਧਰਮ ਦੀ ਭਾਸ਼ਾ ਨਾਲੋਂ ਡਿਫਰੈਂਟ ਉਹਨੇ ਸਮਝੀ ਹੋਊਗੀ। ਜੇ ਉਹਨੇ ਇਹ ਸਮਝਿਆ ਹੁੰਦਾ ਨਾ ਕਿ ਧਰਮ ਮੇਰਾ ਕਹਿੰਦਾ ਮੈਂ ਮੁਸਲਮਾਨ ਆ ਤੇ ਨਾਨਕ, ਗੁਰੂ ਨਾਨਕ ਦਾ ਘਰ ਸਿੱਖਾਂ ਦਾ ਘਰ ਆ, ਉਹਨੇ ਗੁਰੂ ਗੋਬਿੰਦ ਸਿੰਘ ਦੇ ਕੋਲ ਇਹ ਪਰਿਭਾਸ਼ਾ ਨਹੀਂ ਵੇਖੀ ਹੋਊ। ਉਹਨੂੰ ਨਾਨਕ ਦੀ ਉਹੀ ਪਰਿਭਾਸ਼ਾ ਨਜ਼ਰ ਆਉਂਦੀ ਹੋਊਗੀ, ਨਾ ਹਮ ਹਿੰਦੂ ਨਾ ਮੁਸਲਮਾਨ। ਜਦੋਂ ਤੁਸੀਂ ਗੁਰੂ ਹਰਿਰਾਏ ਸਾਹਿਬ ਦੀ ਗੱਲ ਸਮਝਦੇ ਆ, ਮੇਰਾ ਇੱਥੇ ਗੁਰੂ ਹਰਿਰਾਏ ਸਾਹਿਬ ਦਾ ਇਤਿਹਾਸ ਸੁਣਾਉਣ ਦਾ ਤੁਸੀਂ ਸਾਰਿਆਂ ਨੇ ਪੜ੍ਹਿਆ, ਅਸੀਂ ਇਤਿਹਾਸ ਸੁਣਦੇ ਆ ਚਲ ਜਾਂਦੇ ਆ। ਗੁਰੂ ਹਰਿਰਾਏ ਸਾਹਿਬ ਜੀ ਦੀਆਂ ਪ੍ਰਾਪਤੀਆਂ ਕੀ ਸਨ? ਧੰਨ ਗੁਰੂ ਹਰਿਰਾਏ ਸਾਹਿਬ ਨੇ ਜਿਹੜਾ ਜ਼ਮੀਨੀ ਪੱਧਰ ਤੇ ਕੰਮ ਕੀਤਾ ਹੈ, ਤੁਸੀਂ ਕਦੀ ਇਸ ਕੁਐਸਚਨ ਨੂੰ ਆਪਣੇ ਦਿਮਾਗ ਦੇ ਵਿੱਚ ਰੱਖਿਆ? ਕਦੀ ਮੈਂ ਤੁਹਾਡੇ ਸਾਹਮਣੇ ਕੁਐਸਚਨ ਖੜਾ ਕਰਦਾ, ਉਹਦਾ ਆਨਸਰ ਲੱਭਣ ਦੀ ਕੋਸ਼ਿਸ਼ ਕਰਿਓ। ਲੱਗੀ ਲਗਾਈ ਧਰਤੀ ਧੰਨ ਗੁਰੂ ਹਰਗੋਬਿੰਦ ਸਾਹਿਬ ਨੇ ਸਾਜੀ, ਗੁਰੂ ਹਰਗੋਬਿੰਦ ਸਾਹਿਬ ਨੇ ਨਿਵਾਜੀ, ਗੁਰੂ ਸਾਹਿਬ ਨੇ ਆਪਣੇ ਚਰਨਾਂ ਦੇ ਨਾਲ ਉਸ ਧਰਤੀ ਨੂੰ ਅਕਾਲ ਤਖਤ ਸਾਹਿਬ ਦਾ ਨਾਮ ਦਿੱਤਾ। ਕੀ ਕਾਰਨ ਸੀ ਕਿ ਸੱਚੇ ਪਾਤਸ਼ਾਹ ਨੂੰ ਜਾ ਕੇ ਕੀਰਤਪੁਰ ਨਵਾਂ ਬਸੇਰਾ ਧਾਰਨ ਕਰਨਾ ਪਿਆ? ਕਦੀ ਕਰੂੰਗੇ ਇਸ ਸਵਾਲ? ਇਤਿਹਾਸ ਦੀਆਂ ਗਹਿਰਾਈਆਂ ਦੇ ਵਿੱਚ ਵਿਚਰਨ ਵਾਲਿਓ, ਕਦੀ ਇਤਿਹਾਸ ਦੇ ਪੰਨਿਆਂ ਦੇ ਉੱਤੇ ਖਲੋ ਕੇ ਇਹ ਸਵਾਲ ਕਰਨ ਦੀ ਹਿੰਮਤ ਰੱਖੋਗੇ? ਮੈਂ ਇੱਥੇ ਗੱਲ ਹੋਰ ਕਹਿਣੀ ਚਾਹੁੰਦਾ, ਪਤਾ ਸੱਚ ਬੋਲਣ ਵਾਸਤੇ ਹੀਆ ਚਾਹੀਦਾ, ਉਹ ਸੱਚ ਨਹੀਂ ਜਿਹੜਾ ਅੱਜ ਬੋਲ ਰਹੇ ਹਾਂ ਅਸੀਂ। ਜਿੱਦਣ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖੀ ਦਾ ਇੱਕ ਪ੍ਰਤੀਕ ਮਿਲਿਆ ਨਾ, ਤੇੜ ਕਸ਼ਹਿਰਾ, ਪਿੰਡੇ ਤੇ ਚੋਲਾ, ਘੋੜੇ ਦੀ ਕਾਠੀ ਤੇ ਸੌਣਾ ਤੇ ਨੀਲੇ ਆਕਾਸ਼ ਦੇ ਥੱਲੇ ਆਪਣਾ ਰਾਤ ਗੁਜ਼ਾਰ ਲੈਣੀ, ਉਹੀ ਸੀ ਉਹ ਖਾਲਸਾ ਜਿਹੜਾ ਦੂਜਿਆਂ ਦੇ ਦਰਦ ਵੰਡਾਉਣ ਵਾਸਤੇ ਜਾ ਖੜਦਾ ਸੀ। ਪਤਾ ਕਿਉਂ? ਕਿਉਂਕਿ ਉਹਦੇ ਕੋਲ ਗਵਾਉਣ ਲਈ ਕੁਝ ਨਹੀਂ ਸੀ। ਉਦੋਂ ਉਹਦੇ ਕੋਲ ਗਵਾਉਣ ਲਈ ਕੁਝ ਨਹੀਂ ਸੀ। ਤੇੜ ਇੱਕ ਚੋਲਾ ਸੀ, ਤੇੜ ਇੱਕ ਕਸ਼ਹਿਰਾ ਸੀ, ਪਿੰਡੇ ਤੇ ਚੋਲਾ ਸੀ, ਕਮਰ ਕੱਸਾ ਸੀ, ਜਾਨ ਤੋਂ ਵੱਧ ਤਲਕ ਕਿਰਪਾਨ ਸੀ ਕੋਲ, ਹੱਥ ਵਿੱਚ ਭਰਮਗੜ ਤੋੜਦਾ ਸਰਬਲੋ ਦਾ ਕੜਾ ਸੀ, ਸਿਰ ਉੱਤੇ ਸੋਹਣੀ ਸੱਜਦਾ ਦਮਾਲਾ ਦਸਤਾਰ ਸੀ। ਘੋੜੇ ਦੀ ਕਾਠੀ ਉੱਤੇ ਸੌਣ ਵਾਲਿਆਂ ਨੇ ਜਿਹੜਾ ਸਫ਼ਰ ਤੈਅ ਕੀਤਾ ਨਾ, ਉਹ ਸੱਚ ਕਹਿਣ ਦੀ ਹਿੰਮਤ ਰੱਖਦੇ ਸਨ।
ਉਹ ਸੱਚ ਕਹਿਣ ਦੀ ਕਾਬਲੀਅਤ ਰੱਖਦੇ ਸਨ, ਕਿਉਂਕਿ ਉਹਨਾਂ ਕੋਲ ਗਵਾਉਣ ਲਈ ਕੁਝ ਨਹੀਂ ਸੀ। ਅੱਜ ਜਿਨ੍ਹਾਂ ਦੇ ਕੋਲ ਮਾਫ਼ ਕਰਨਾ ਗਵਾਉਣ ਲਈ ਬਹੁਤ ਕੁਝ ਆ ਨਾ, ਉਹ ਸੱਚ ਕਹਿਣ ਲੱਗਿਆਂ 100 ਵਾਰੀ ਸੋਚਣਗੇ। ਇਸੇ ਕਰਕੇ ਅੱਜ ਜਿਹੜਾ ਸੱਚ ਨਾ ਬਦਲਦਾ ਜਾ ਰਿਹਾ ਹੈ। ਅੱਜ ਉਹ ਸੱਚ ਨਹੀਂ ਜਿਹੜਾ ਗੁਰੂ ਨਾਨਕ ਨੇ ਕਿਹਾ ਸੀ, ਸੱਚ ਸੁਣਾਈ ਸੀ ਸੱਚ ਕੀ ਬੇਲਾ। ਅੱਜ ਉਹ ਸੱਚ ਆ ਜਿਹੜਾ ਮੈਨੂੰ ਚੰਗਾ ਲੱਗਦਾ ਹੈ। ਜਦ ਤੱਕ ਉਹ ਮੇਰੇ ਨਾਲ ਸੂਟ ਕਰਦਾ ਹੈ ਉਦੋਂ ਤੱਕ ਉਹ ਸੱਚ ਸੱਚ ਆ। ਜਦੋਂ ਮੇਰੇ ਨਾਲ ਉਹ ਸੱਚ ਸੂਟ ਨਾ ਕਰੇ, ਉਹ ਮੇਰੇ ਵਾਸਤੇ ਸੱਚ ਬਿਲਕੁਲ ਵੀ ਨਹੀਂ ਹੈ। ਜਿਹੜੀ ਆਹ ਸੋਚ ਆ ਨਾ, ਇਸ ਸੋਚ ਨੇ ਸਾਨੂੰ ਨਿਰਮੋਹਗੜ੍ਹ ਦੇ ਕਿਲੇ ਤੱਕ ਨਹੀਂ ਵੜਨ ਦਿੱਤਾ। ਮੈਂ ਉਦੋਂ ਦਾ ਸਫ਼ਰ ਤੈਅ ਕੀਤਾ ਸੀ, ਜਿੱਦਣ ਤੁਸੀਂ ਆਨੰਦਪੁਰ ਦੇ ਵਾਸੀ ਬਣਨਾ ਨਾ, ਜਿੱਦਣ ਤੁਸੀਂ 1699 ਦੀ ਵਿਸਾਖੀ ਦੀ ਉਸ ਆਨੰਦਪੁਰ ਦੀ ਠੇਰੀ ਤੱਕ ਪਹੁੰਚਣ ਦਾ ਆਗਾਜ਼ ਕਰਨਾ ਹੈ, ਜਿੱਦਣ ਗੁਰੂ ਗੋਬਿੰਦ ਸਿੰਘ ਜੀ ਆਪਣੀ ਕਿਰਪਾਨ ਦੇ ਵਿੱਚੋਂ, ਆਪਣੇ ਮਿਆਨ ਦੇ ਵਿੱਚੋਂ ਕਿਰਪਾਨ ਕੱਢ ਕੇ, ਅੱਜ ਨੰਗੀ ਤਲਵਾਰ ਕੱਢ ਕੇ ਕਹਿੰਦੇ ਮੈਨੂੰ ਇੱਕ ਸਿਰ ਚਾਹੀਦਾ ਹੈ, ਉਹ ਸਿਰ ਦਾ ਸਫ਼ਰ ਧੰਨ ਗੁਰੂ ਗੋਬਿੰਦ ਸਿੰਘ ਨੇ ਬੜਾ ਔਖਾ ਤੈਅ ਕੀਤਾ, ਜੇ ਚੇਤਾ ਰੱਖਿਓ। ਉਸ ਸਫ਼ਰ ਤੱਕ ਪਹੁੰਚਣ ਵਾਲਿਆਂ ਦੀਆਂ ਜਿਹੜੀਆਂ ਕਹਾਣੀਆਂ ਸਨ ਨਾ, ਉਹ ਬੜੀਆਂ ਅਵੇਕਲੀਆਂ ਤੇ ਬੜੀਆਂ ਨਵੇਕਲੀਆਂ ਸਨ, ਕਿਉਂਕਿ ਉਹ ਲੋਕ ਸਨ ਜਿਨ੍ਹਾਂ ਦੇ ਸਿਰ ਵਿੱਚ ਕੇਵਲ ਗੁਰੂ ਨਾਨਕ ਤੇ ਗੁਰੂ ਗੋਬਿੰਦ ਸਿੰਘ ਸੀ, ਜਿਨ੍ਹਾਂ ਦੇ ਸਿਰ ਦੇ ਵਿੱਚ ਸਿਰਫ ਇੱਕ ਸੀ ਕਿ ਸਾਡਾ ਗੁਰੂ ਕਹਿ ਗਿਆ ਹੈ ਹਮ ਰਾਖਤ ਪਾਤਸ਼ਾਹੀ ਦਾਵਾ। ਜਿਨ੍ਹਾਂ ਦੇ ਸਿਰ ਦੇ ਵਿੱਚ ਇਹ ਸੋਚ ਸੀ ਕਿ ਸਾਡਾ ਗੁਰੂ ਸਾਨੂੰ ਸਿਖਾ ਗਿਆ ਹੈ, ਸਾਡੇ ਗੁਰੂ ਨੇ ਸਾਨੂੰ ਇਹ ਸਮਝਾ ਦਿੱਤਾ ਹੈ, ਸਾਡੇ ਨਾਨਕ ਨੇ ਸਾਨੂੰ ਇਹ ਗੱਲ ਦੱਸ ਦਿੱਤੀ ਹੈ, ਪੰਕਜ ਮੋਹ ਪੱਗ ਨਹੀਂ ਚਾਲੈ ਹਮ ਦੇਖਾ ਤੈਂ ਡੂਬੀਲੇ। ਬੜੇ ਵੱਡੇ ਇਸ ਮੋਹ ਦੇ ਚਿੱਕੜ ਦੇ ਵਿੱਚ ਡੁੱਬ ਗਏ। ਵੱਡੇ ਰਾਜੇ ਰਾਜਸਥਾਨ ਦੀ ਧਰਤੀ ਤੇ ਰਾਜਪੂਤ ਮਰਾਠੇ ਵੱਡੇ ਆਪਣੇ ਆਪ ਨੂੰ ਲੰਕੇਸ਼ ਕਹਿਣ ਵਾਲੇ, ਉਹ ਇਸ ਮੋਹ ਦੀਆਂ ਜੰਜੀਰਾਂ ਦੇ ਵਿੱਚ ਡੁੱਬ ਕੇ ਰਹਿ ਗਏ। ਸਾਹਿਬ ਜੀ ਨੇ ਰੋਜ਼ਾਨਾ ਦੀ ਸੋਦਰ ਦੀ ਬਾਣੀ ਦੇ ਵਿੱਚ ਸਲੋਗਨ ਸ਼ਬਦ ਰੱਖ ਦਿੱਤਾ, ਕਹਿੰਦੇ ਸਿੱਖਾ ਰੋਜ਼ ਇਹਨੂੰ ਪੜ੍ਹੀ ਤੇ ਤੈਨੂੰ ਇਹ ਗੱਲ ਚੇਤੇ ਰਵੇਗੀ, ਪੰਕਜ ਮੋਹ ਪੱਗ ਨਹੀਂ ਚਾਲੇ ਹਮ ਦੇਖਾ ਤੈ ਡੂਬੀਲੇ, ਮਨ ਏਕ ਨ ਚਿਤ ਸਮੂੜ ਮਨਾ ਹਰ ਬਿਸਰਤ ਤੇਰੇ ਗੁਣ ਗਲਿਆ। ਅੱਜ ਖਾਲਸੇ ਨੇ ਆਪਣੇ ਗੁਣ ਗਾਲ ਦਿੱਤੇ ਨੇ। ਪਤਾ ਕਿਉਂ ਗਾਲ ਦਿੱਤੇ ਆ? ਕਿਉਂਕਿ ਅਸੀਂ ਹਰ ਬਿਸਰਤ, ਅਸੀਂ ਗੁਰੂ ਵਿਸਾਰ ਦਿੱਤਾ ਹੈ, ਇਸ ਸਤਿਗੁਰ ਦੇ ਪੈਂਡੇ ਨੂੰ ਵਿਸਾਰ ਦਿੱਤਾ ਹੈ। ਮੈਂ ਪਿਛਲੇ ਦਿਨਾਂ 'ਚ ਬੇਨਤੀ ਨਿਰਮੋਹਗੜ੍ਹ ਦੇ ਕਿਲੇ ਤੱਕ ਲੈ ਕੇ ਆਇਆ ਸੀ ਤੁਹਾਨੂੰ। ਨਿਰਮੋਹਗੜ੍ਹ ਦੇ ਕਿਲੇ ਦਾ ਜਿੱਦਣ ਵਾਸੀ ਬਣਨਾ ਹੈ ਨਾ, ਜਿੱਦਣ ਉਸ ਨਿਰਮੋਹਗੜ੍ਹ ਦੇ ਕਿਲੇ ਵਿੱਚ ਤੁਸੀਂ ਐਂਟਰ ਹੋਣਾ ਹੈ, ਉਦੋਂ ਇਹ ਗੱਲ ਸਮਝਣੀ ਹੈ। ਉਦੋਂ ਸਾਡੇ ਘਰ ਦਾ ਟੇਬਲ ਪਤਾ ਕੀ ਹੋਣਾ ਚਾਹੀਦਾ ਹੈ? ਸਾਡੇ ਘਰ ਦੇ ਟੇਬਲ ਦੇ ਉੱਤੇ ਗੁਰਬਾਣੀ ਦੀਆਂ ਗੱਲਾਂ ਹੋਣੀਆਂ ਚਾਹੀਦੀਆਂ। ਸਾਡੇ ਘਰ ਦੇ ਟੇਬਲ ਦੇ ਉੱਤੇ ਗੁਰੂ ਨਾਨਕ ਦੀਆਂ ਬਾਤਾਂ ਹੋਣੀਆਂ ਚਾਹੀਦੀਆਂ ਨੇ। ਸਾਡੇ ਘਰ ਦੇ ਟੇਬਲ ਉੱਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਸਾਹਿਬਜ਼ਾਦਿਆਂ ਦੀਆਂ ਬਾਤਾਂ ਹੋਣੀਆਂ ਚਾਹੀਦੀਆਂ ਨੇ। ਪਰ ਮਾਫ਼ ਕਰਨਾ, ਅੱਜ ਸਾਡੇ ਟੇਬਲਾਂ ਦੇ ਉੱਤੇ ਇਹ ਹੈ ਕਿ ਅੱਜ ਦਾਲ ਕਿੰਨੀ ਸਵਾਦ ਬਣੀ ਹੈ ਤੇ ਸਬਜ਼ੀ ਕਿਹੋ ਜਿਹੀ ਬਣਾਈ ਹੈ ਤੇ ਰੋਟੀ ਕਿਹੋ ਜਿਹੀ ਬਣਾਈ ਹੈ। ਬਾਬਾ ਫਰੀਦ ਜੀ ਨੇ ਗੱਲ ਕਹੀ ਸੀ, ਜਦੋਂ ਕੌਮਾਂ ਦਾ ਭਵਿੱਖ ਤੈਅ ਕੀਤਾ ਜਾਂਦਾ ਹੈ ਨਾ, ਪੈਗੰਬਰ ਦਾ ਮਤਲਬ ਪਤਾ ਕੀ ਜੇ? ਜਿਹੜਾ ਪੈਗਾਮ ਲੈ ਕੇ ਆਵੇ। ਪੈਗੰਬਰ ਦੋ ਸ਼ਬਦਾਂ ਦਾ ਸੁਮੇਲ ਆ, ਪੈਗੰਬਰ, ਪੈਗਾਮ ਜਵਾਂ ਅੰਬਰ, ਜਿਹੜਾ ਆਕਾਸ਼ ਦੀਆਂ ਸੁਚੇਤਾਂ ਤੋਂ, ਆਕਾਸ਼ ਵਰਗੀਆਂ ਬੁਲੰਦੀਆਂ ਤੋਂ। ਅੰਬਰ ਦਾ ਮਤਲਬ ਇਹ ਨੀਲਾ ਆਕਾਸ਼ ਦਾ ਸਮਝਿਓ। ਅੰਬਰ ਦਾ ਮਤਲਬ ਹੈ ਜਿਹਦੀ ਸੁਰਤ ਆਕਾਸ਼ ਵਰਗੀ ਉੱਚੀ ਹੋਵੇ, ਜਿਹਨੂੰ ਸਾਹਿਬਾਂ ਨੇ ਗੁਰੂ ਨਾਨਕ ਪਾਤਸ਼ਾਹ ਨੇ ਜਪਜੀ ਸਾਹਿਬ 'ਚ ਲਿਖ ਦਿੱਤਾ, ਸੁਣਿਆ ਧਰਤ ਧਵਲ ਆਕਾਸ਼। ਇਹ ਧਰਤ ਧਵਲ ਆਕਾਸ਼ ਧਰਤੀ ਦੇ ਸ਼ਬਦ ਨਹੀਂ ਜੇ, ਮਤਾ ਕਿਤੇ ਨੂੰ ਧਰਤੀ ਨਾਲ ਜੋੜ ਬੈਠੇ ਹੋ। ਸਾਹਿਬ ਕਹਿੰਦੇ ਸਿੱਖ ਦੀ ਸੁਰਤ ਦੇ ਵਿੱਚ ਇੰਨੀ ਬਰੀਕੀ ਹੋਣੀ ਚਾਹੀਦੀ ਹੈ ਕਿ ਉਹਦੇ ਅੰਦਰ ਧਰਤੀ ਵਰਗਾ ਗੁਣ ਹੋਣਾ ਚਾਹੀਦਾ। ਜਿਵੇਂ ਧਰਤ ਦੀਆਂ ਗਹਿਰਾਈਆਂ ਨੇ, ਧਰਤ ਦੇ ਵਿੱਚ ਬਹੁਤ ਕੁਝ ਛੁਪਿਆ ਹੈ, ਧਰਤ ਦੇ ਵਿੱਚ ਬਹੁਤ ਕੁਝ ਲੁਕਿਆ ਹੈ, ਮੇਰੇ ਸਿੱਖ ਦੀ ਸੋਚ ਦੇ ਵਿੱਚ ਵੀ ਇੰਨਾ ਕੁਝ ਹੀ ਹੈ। ਉਹਦੀ ਗਹਿਰਾਈ ਇੰਨੀ ਹੈ, ਉਹਦੀ ਗਹਿਰਾਈ ਪਤਾਲ ਤੋਂ ਵੀ ਡੂੰਘੀ ਹੈ। ਤੇ ਜਦੋਂ ਉਹ ਉੱਚਾ ਸੋਚਦਾ ਹੈ ਨਾ, ਤੇ ਉਹ ਆਕਾਸ਼ ਤੋਂ ਵੀ ਉੱਚਾ ਸੋਚਦਾ ਹੈ। ਇਹਨੂੰ ਕਹਿੰਦੇ ਪੈਗੰਬਰ, ਜਿਹੜਾ ਸੱਚ ਦਾ ਪੈਗਾਮ, ਉੱਚੀਆਂ ਬੁਲੰਦੀਆਂ ਦਾ ਪੈਗਾਮ ਲੈ ਕੇ ਆਵੇ। ਤੇ ਜਦੋਂ ਨਾਨਕ ਦੇ ਨਾਲ ਪੈਗੰਬਰ ਸ਼ਬਦ ਜੋੜਿਆ ਨਾ ਉਹਨਾਂ ਨੇ ਗੁਰੂ ਨਾਨਕ ਸਾਹਿਬ ਦੀਆਂ ਉਚਾਈਆਂ ਵੇਖੀਆਂ, ਗੁਰੂ ਨਾਨਕ ਪਾਤਸ਼ਾਹ ਦੀ ਸੁਰਤ ਦੀਆਂ ਗਹਿਰਾਈਆਂ ਵੇਖੀਆਂ। ਜਦੋਂ ਸੁਰਤ ਦੀਆਂ ਗਹਿਰਾਈਆਂ ਗੁਰੂ ਨਾਨਕ ਪਾਤਸ਼ਾਹ ਦੀਆਂ ਵੇਖੀਆਂ ਨਾ, ਤੇ ਇੱਕ ਇਨਕਲਾਬ ਰਾਜ ਗੁਰੂ ਨਾਨਕ ਪਾਤਸ਼ਾਹ ਦੇ ਸੁਪਨਿਆਂ ਦੇ ਵਿੱਚੋਂ ਮਹਿਕਦਾ, ਝਲਕਦਾ ਨਜ਼ਰ ਆਇਆ, ਜਿਹਨੂੰ ਸੱਚੇ ਪਾਤਸ਼ਾਹ ਕਹਿੰਦੇ ਤਖਤ ਬੈ ਤਖਤੇ ਕੇ ਲਾਇਕ। ਮੈਂ ਤਖਤ ਤੇ ਬਿਠਾਵਾਂਗਾ ਜ਼ਰੂਰ, ਪਰ ਤਖਤ ਤੇ ਬਿਠਾਉਣ ਤੋਂ ਪਹਿਲਾਂ ਇਸ ਸੁਰਤ ਨੂੰ ਇੰਨਾ ਅਮੀਰ ਕਰ ਦੇਵਾਂਗਾ, ਇਹ ਸੁਰਤ ਦੂਜਿਆਂ ਦੇ ਵਾਸਤੇ ਤਾਕਤਵਰ ਬਣ ਕੇ ਦੂਜਿਆਂ ਦੇ ਹੱਕ ਦਵਾਵੇਗੀ। ਇਹਨੂੰ ਕਹਿੰਦੇ ਨਿਰਮੋਹਗੜ੍ਹ। ਜਦੋਂ ਨਿਰਮੋਹਗੜ੍ਹ ਦੀ ਗੱਲ ਤੁਰੀ ਨਾ,
ਜਦੋਂ ਸਿੱਖ ਨੇ ਮੋਹ ਦੀਆਂ ਤੰਦਾਂ ਤੋੜ ਦਿੱਤੀਆਂ ਤੇ ਅੱਗੇ ਤੁਰਿਆ। ਅਗਲਾ ਪਤਾ ਕਿਲਾ ਕਿਹੜਾ ਜੇ ਅਨੰਦਪੁਰ ਦੀ ਧਰਤੀ ਤੇ? ਅਗਲਾ ਕਿਲਾ ਹੈ ਹੋਲਗੜ੍ਹ। ਅਨੰਦਪੁਰ ਸਾਹਿਬ 'ਚ ਹੋਲਾ ਮਹੱਲਾ ਤੇ ਅਸੀਂ ਮਨਾਉਣ ਜਾਂਦੇ। ਮੈਂ ਪਿਛਲੇ ਦਿਨਾਂ 'ਚ ਤੁਹਾਨੂੰ ਨਿਰਮੋਹਗੜ੍ਹ ਦੇ ਸਫ਼ਰ ਤੱਕ ਲੈ ਕੇ ਆਇਆ ਸੀ। ਹੋਲਗੜ੍ਹ ਦਾ ਜਦੋਂ ਤੁਸੀਂ ਸਫ਼ਰ ਤੈਅ ਕਰਦੇ ਆ, ਹੋਲਗੜ੍ਹ ਦਾ ਮਤਲਬ ਹੈ ਹਮਲਾ। ਸਤਿਗੁਰੂ ਜੀ ਨੇ ਇਹ ਦੁਨੀਆ ਦੀਆਂ ਚੀਜ਼ਾਂ ਬਰੀਕੀਆਂ ਵੇਖੀਆਂ। ਗੁਰੂ ਗੋਬਿੰਦ ਸਿੰਘ ਜੀ ਨੇ ਵੱਡੇ ਵੱਡੇ ਰਾਜੇ ਬੜੇ ਸਨ, ਪਰ ਉਹਨਾਂ ਨੂੰ ਰਾਜਨੀਤੀ ਤੇ ਹਮਲਾ ਕਿਵੇਂ ਕਰਨਾ ਇਹ ਨਹੀਂ ਸੀ ਪਤਾ। ਮੈਂ ਕਈ ਵਾਰੀ ਕਹਿਣਾ, ਰਾਜਨੀਤੀ ਕਰਨੀ ਵੀ ਇੱਕ ਬੜਾ ਵੱਡਾ ਗੁਣ ਹੈ। ਹਰ ਬੰਦਾ ਰਾਜਨੀਤੀ ਨਹੀਂ ਕਰ ਸਕਦਾ। ਗਰਮ ਦਿਮਾਗ ਵਾਲਾ ਤੇ ਬਿਲਕੁਲ ਵੀ ਨਹੀਂ ਕਰ ਸਕਦਾ। ਤੇ ਰਾਜਨੀਤੀ ਦੇ ਵਿੱਚ ਅਧਰਮ ਆ ਜਾਣਾ ਸੁਭਾਵਿਕ ਸੀ। ਪਹਿਲਾਂ ਲੋਕੀ ਰਾਜਨੀਤਿਕ ਸਨ, ਪਰ ਅਧਰਮ ਨਾਲ ਸੀ ਉਹਨਾਂ ਦੇ। ਉਹ ਧਾਰਮਿਕ ਨਹੀਂ ਸਨ। ਧਾਰਮਿਕ ਮਤਲਬ ਸੌਫਟ ਕਾਰਨਰ ਨਹੀਂ ਸੀ ਉਹਨਾਂ ਦੇ ਜੀਵਨ 'ਚ, ਪੱਥਰ ਦਿਲ ਸੁਭਾਅ ਸੀ। ਰਾਜਨੀਤੀ ਵਾਸਤੇ ਛਲ ਫਰੇਬ ਸਭ ਕੁਝ ਕਰਦੇ ਸਨ। ਸਭ ਕਹਿੰਦੇ ਨਹੀਂ, ਮੇਰੀ ਰਾਜਨੀਤੀ ਐਸੀ ਨਹੀਂ। ਨਾ ਮੇਰੀ ਰਾਜਨੀਤੀ ਵਿੱਚ ਛਲ ਆ, ਨਾ ਮੇਰੀ ਰਾਜਨੀਤੀ ਵਿੱਚ ਫਰੇਬ ਆ। ਮੇਰੀ ਰਾਜਨੀਤੀ, ਮੇਰੀ ਰਣਨੀਤੀ ਇਹ ਹੋਵੇਗੀ ਕਿ ਮੈਂ ਮਨੁੱਖਤਾ ਦੇ ਹੱਕ ਦੇ ਵਾਸਤੇ ਖਲੋਵਾਂਗਾ। ਰਾਜਨੀਤੀ ਕਰਾਂਗਾ ਪਰ ਮਨੁੱਖਤਾ ਦੇ ਹੱਕ ਵਾਸਤੇ ਕਰਾਂਗਾ। ਮੈਂ ਕਈ ਵਾਰੀ ਕਹਿਣਾ, ਨਿਰਮੋਹਗੜ੍ਹ ਦੀ ਧਰਤੀ ਉੱਤੇ ਜਦੋਂ ਆਪਾਂ ਵਿਚਰਦੇ ਹਾਂ ਨਾ, ਆਪਣੇ ਬੱਚਿਆਂ ਨੂੰ ਅਸੀਂ ਉਂਗਲ ਫੜ ਕੇ ਅਨੰਦਪੁਰ ਸਾਹਿਬ ਤੇ ਲੈ ਕੇ ਜਾਂਦੇ ਹਾਂ। ਮੇਰੇ ਖਿਆਲ ਸਾਡੇ ਕੋਲ ਇੰਨਾ ਟਾਈਮ ਹੀ ਨਹੀਂ ਹੁੰਦਾ ਕਿ ਅਸੀਂ ਆ ਕਿਲਿਆਂ ਦੇ ਦਰਸ਼ਨ ਵੀ ਕਰਾਈਏ। ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜਦੋਂ ਹੋਲਗੜ੍ਹ ਦੀ ਧਰਤੀ ਤੋਂ ਖਾਲਸੇ ਦਾ ਨਿਸ਼ਾਨ ਚਲਾਉਂਦੇ ਨੇ, ਉੱਥੇ ਦੱਸਦੇ ਆ ਵੀ ਤੂੰ ਹਮਲਾ ਕਿੱਥੇ ਕਰਨਾ ਹੈ, ਕਿਹੜੀਆਂ ਬਰੀਕੀਆਂ ਵੇਖਣੀਆਂ। ਤੇ ਤੁਸੀਂ ਗੁਰੂ ਗੋਬਿੰਦ ਸਿੰਘ ਦਾ ਜੰਗਨਾਮਾ ਪੜ੍ਹੋਗੇ ਨਾ, ਭੰਗਾਣੀ ਦਾ ਮੈਦਾਨ ਚੁਣਨ ਵਾਲੇ ਗੁਰੂ ਗੋਬਿੰਦ ਸਿੰਘ ਖੁਦ ਸਨ। ਦੁਸ਼ਮਣ ਕਹਿੰਦਾ ਹੈ ਮੈਂ ਵੇਖਣਾ ਹੈ, ਸਭ ਕਹਿੰਦੇ ਆ ਜਿਓ ਭੰਗਾਣੀ ਦੇ ਮੈਦਾਨ 'ਚ। ਚਮਕੌਰ ਦੀ ਗੜੀ ਚੁਣਨ ਵਾਲੇ ਗੁਰੂ ਗੋਬਿੰਦ ਸਿੰਘ ਜੀ ਖੁਦ ਸਨ। ਖਦਰਾਨੇ ਦੀ ਢਾਬ ਚੁਣਨ ਵਾਲੇ ਗੁਰੂ ਗੋਬਿੰਦ ਸਿੰਘ ਜੀ ਖੁਦ ਸਨ, ਕਿਉਂਕਿ ਸਤਿਗੁਰੂ ਜੀ ਨੇ ਰਣਨੀਤੀ ਆਪਣੀ ਤੈਅ ਕੀਤੀ। ਇਹ ਆ ਸੁਰਤ ਦਾ ਆਗਾਜ਼, ਇਹ ਆ ਹੋਲਗੜ੍ਹ। ਜਦੋਂ ਹੋਲਗੜ੍ਹ ਦੇ ਵਿੱਚ ਸਿੱਖ ਤੁਰਦਾ ਹੈ, ਸਿੱਖ ਦੀ ਸੁਰਤ ਦੇ ਵਿੱਚ ਸਰਬਲੋਹ ਦੀ ਬਰੀਕੀ ਸਮਝ ਆਉਂਦੀ ਹੈ। ਮੈਂ ਕਈ ਵਾਰੀ ਕਹਿਣਾ, ਅੱਜ ਅਸੀਂ ਅਮੀਰ ਹੋ ਗਏ ਹਾਂ। ਰੱਬ ਸਭ ਨੂੰ ਅਮੀਰ ਬਣਾਵੇ। ਮੈਂ ਕਹਿਣਾ, ਬਾਬਾ ਫਰੀਦ ਜੀ ਨੇ ਕੌਮ ਦੀ ਬੁਨਿਆਦ ਜਦੋਂ ਰੱਖੀ ਨਾ, ਤਾਂ ਉਹਨਾਂ ਨੇ ਇੱਕ ਗੱਲ ਕਹੀ, ਕਹਿੰਦੇ ਜੇ ਸੱਚ ਬੋਲਣਾ ਚਾਹੁੰਦਾ ਤੇ ਫਿਰ ਇਹ ਸੁਭਾਅ ਬਣਾ ਲਾ ਕਿ ਰੁੱਖਾ ਸੁੱਖਾ ਖਾਈ ਕੇ ਠੰਡਾ ਪਾਣੀ ਪੀਓ। ਰੁੱਖਾ ਸੁੱਖਾ ਖਾਣ ਦੀ ਆਦਤ ਪਾ ਲਾ। ਜੇ ਜ਼ਿੰਦਗੀ ਚਾਹੁੰਦਾ ਨਾ ਸੱਚ ਤੇ ਤੁਰੇ, ਲੋਕਾਂ ਦੇ ਹੱਕਾਂ ਵਾਸਤੇ ਖਲੋਣਾ ਚਾਹੁੰਦਾ, ਲੋਕਾਂ ਦੇ ਰਾਖੀ ਕਰਨਾ ਚਾਹੁੰਦਾ, ਫਿਰ ਰੁੱਖੀ ਸੁੱਖੀ ਤੇ ਸਫ਼ਰ ਤੈਅ ਕਰ। ਤੇ ਬਾਬਾ ਜੀ ਹੁਣ ਤੇ ਅਸੀਂ ਚੋਪੜੀਆਂ ਖਾਂਦੇ, ਹੁਣ ਤੇ ਅਸੀਂ ਗਰਮ ਰੋਟੀਆਂ ਖਾਣੀਆਂ ਪਸੰਦ ਕਰਦੇ ਹਾਂ। ਵੰਨ-ਸੁਵੰਨੇ ਪਕਵਾਨ ਨੇ ਸਾਡੇ ਕੋਲ। ਤੇ ਬਾਬਾ ਫਰੀਦ ਜੀ ਕਹਿੰਦੇ ਫਿਰ ਚੇਤਾ ਰੱਖੀ, ਜਿੰਨਾ ਖਾਧੀ ਚੋਪੜੀ ਕਣੇ ਸਹਿਣਗੇ ਦੁੱਖ। ਅੱਜ ਨਹੀਂ ਸਹਿ ਰਹੇ, ਦੱਸੋ। ਸਾਡਿਆਂ ਬਜ਼ੁਰਗਾਂ ਨੇ ਸਾਨੂੰ ਪੰਜਾਬ ਦਿੱਤਾ ਸੀ, ਅਸੀਂ ਕੀ ਦੇ ਕੇ ਚੱਲੇ ਹਾਂ ਆਪਣੇ ਬੱਚਿਆਂ ਨੂੰ? ਅੰਦਾਜ਼ਾ ਰੱਖਿਓ, ਇਹ ਤੁਹਾਡੇ ਬੱਚਿਆਂ ਨੇ ਸਵਾਲ ਕਰਨਾ ਜਿੱਦਣ ਉਹਨਾਂ ਨੇ ਆਪਣੀ ਕਾਰ ਚੁੱਕਣੀ ਹੈ ਤੇ ਪੰਜਾਬ ਤੋਂ ਜਾ ਕੇ ਮੋਹਾਲੀ ਤੇ ਜਾ ਕੇ ਪੰਜਾਬ ਦਾ ਨਕਸ਼ਾ ਮੁੱਕ ਜਾਣਾ ਹੈ ਨਾ, ਉਦੋਂ ਤੁਹਾਡੇ ਬੱਚਿਆਂ ਨੇ ਸਵਾਲ ਕਰਨਾ, ਤੁਸੀਂ ਕਿ ਸਾਡੇ ਬਾਪੂਆਂ ਦੀ ਗੱਲ ਕਰਦੇ ਹੋ? ਸਾਡਾ ਬਾਪੂ ਤੇ ਤੁਹਾਨੂੰ ਬਹੁਤ ਕੁਝ ਦੇ ਕੇ ਗਿਆ। ਮੈਂ ਕਈ ਵਾਰੀ ਕਹਿਣਾ, ਸਾਡੀ ਕਪੂਰ ਸਿੰਘ ਜੀ ਨੇ ਸਾਚੀ ਸਾਖੀ ਪੁਸਤਕ ਜਦੋਂ ਲਿਖੀ ਨਾ, ਉਹਨਾਂ ਨੇ ਅੱਜ ਦਾ ਭਵਿੱਖ ਲਿਖਿਆ। ਬੜੀ ਕਮਾਲ ਦੀ ਪੁਸਤਕ ਹੈ ਸਾਚੀ ਸਾਖੀ। ਹੋਲਗੜ੍ਹ ਦੀ ਧਰਤੀ ਦਾ ਜਦੋਂ ਸਮਝ ਆਊਗੀ ਨਾ, ਤਾਂ ਆਨੰਦਪੁਰ ਦਾ ਮਤਾ ਵੀ ਸਮਝ ਆਊਗਾ। ਆ ਮੇਰੀਆਂ ਭੈਣਾਂ ਬੇਟੀਆਂ ਵੀਰ ਬੈਠੇ ਆ, 5-6 ਸੀਟਾਂ ਨੇ ਆਨੰਦਪੁਰ ਦੇ ਮਤੇ ਦੀਆਂ। ਮੇਰੇ ਖਿਆਲ 'ਚੋਂ ਸਾਡੀ ਐਜੂਕੇਸ਼ਨ 'ਚ ਨਹੀਂ। ਅੱਜ ਮੈਂ ਪਹਿਲਾਂ ਗੱਲ ਇੱਥੋਂ ਕੀਤੀ, ਅੱਜ ਕਾਰਨ ਪਤਾ ਕਿੱਥੇ ਹੈ? ਅੱਜ ਗੁਰੂ ਗੋਬਿੰਦ ਸਿੰਘ ਕਿਉਂ ਵਿਸਰਦਾ ਜਾ ਰਿਹਾ? ਅੱਜ ਕਿਉਂ ਸਾਹਿਬਜ਼ਾਦੇ ਸਾਨੂੰ ਸਿਰਫ ਉਦੋਂ ਚੇਤੇ ਆਉਂਦੇ ਆ 28 ਤਰੀਕ ਨੂੰ? ਵੀ ਬਹੁਤ ਘੱਟ ਲੋਕਾਂ ਨੂੰ ਚੇਤੇ ਆਉਂਦੇ ਆ, ਕਿਉਂਕਿ ਕ੍ਰਿਸਮਸ ਦੀ ਛਾਪ ਹੇਠਾਂ ਸਾਡੇ ਬੱਚਿਆਂ ਨੂੰ ਮਾਫ ਕਰਨਾ, ਸਰਹੰਦ ਦੀਆਂ ਦੀਵਾਰਾਂ ਵਿਸਰ ਜਾਂਦੀਆਂ ਨੇ। ਚੇਤਾ ਰੱਖਿਓ, ਵਿਸਰ ਜਾਂਦੀਆਂ ਨੇ। ਆ ਮੇਰੇ ਬੱਚੇ ਬੈਠੇ ਨੇ, ਭੈਣਾਂ ਬੈਠੀਆਂ, ਵੀਰ ਬੈਠੇ ਆ, ਸਾਡੀ ਸੁਰਤ ਦੇ ਵਿੱਚੋਂ ਸਰਹੰਦ ਦੀਆਂ ਦੀਵਾਰਾਂ ਬਹੁਤ ਘੱਟ ਝਲਕਦੀਆਂ। ਖੈਰ, ਸਤਿਗੁਰੂ ਗੁਰਦੇਵ ਜੀ ਮਹਾਰਾਜ ਜੀ ਨੇ ਜਦੋਂ ਜ਼ਿੰਦਗੀ ਦੇ ਇੱਕ ਅਹਿਮ ਨਾਮੇ ਜਦੋਂ ਤੈਅ ਕੀਤੇ, ਤੇ ਆਨੰਦਪੁਰ ਦੇ ਮਤੇ ਦੇ ਵਿੱਚ ਅੱਜ ਦੀਆਂ ਗੱਲਾਂ ਲਿਖੀਆਂ ਸਨ, ਜਿਹੜੀਆਂ ਅੱਜ ਹੋ ਰਹੀਆਂ ਨਾ, ਇਹ ਉਦੋਂ ਸੁਚੇਤ ਕੀਤੀਆਂ ਸਨ। ਆ ਪਾਣੀ ਦੇ ਮਸਲੇ ਦੀ ਗੱਲ ਕੀਤੀ ਗਈ ਸੀ, ਉਸੇ ਹੋਲਗੜ੍ਹ ਦੀ ਧਰਤੀ ਤੇ, ਆਨੰਦਪੁਰ ਦੀ ਧਰਤੀ ਤੇ।
ਆਨੰਦਪੁਰ ਦਾ ਮਤਾ ਆਪਣੇ ਆਪ ਦੇ ਵਿੱਚ ਇੱਕ ਕਾਬਲੀਅਤ ਰੱਖਦਾ ਹੈ। ਤੇ ਪਤਾ ਉਹਨਾਂ ਨੇ ਕੀ ਲਿਖਿਆ ਕਪੂਰ ਸਿੰਘ ਜੀ ਨੇ? ਕਹਿੰਦੇ ਜੇ ਸਿੱਖੋ ਤੁਸੀਂ ਸੁਚੇਤ ਨਾ ਹੋਏ, ਕਿਉਂਕਿ ਉਹਨਾਂ ਨੇ ਪਤਾ ਕੀ ਵੇਖਿਆ, ਸਿੱਖਾਂ ਦੀ ਸੁਰਤ ਦੇ ਵਿੱਚੋਂ ਗੁਰਮਤ ਮੁੱਕਦੀ ਜਾ ਰਹੀ ਸੀ, ਸਿੱਖਾਂ ਦੀ ਸੁਰਤ ਦੇ ਵਿੱਚੋਂ ਜਪਜੀ ਸਾਹਿਬ ਮੁੱਕਦਾ ਜਾ ਰਿਹਾ ਸੀ, ਸਿੱਖਾਂ ਦੀ ਸੁਰਤ ਵਿੱਚੋਂ ਸੁਖਮਨੀ ਸਾਹਿਬ ਮੁੱਕਦਾ ਜਾ ਰਿਹਾ ਸੀ, ਸਿੱਖਾਂ ਦੀ ਸੁਰਤ ਵਿੱਚੋਂ 52 ਅੱਖਰੀ ਮੁੱਕਦੀ ਜਾ ਰਹੀ ਸੀ, ਸਿੱਖਾਂ ਦੀ ਸੁਰਤ ਦੇ ਵਿੱਚੋਂ ਦੱਖਣੀ ਓਂਕਾਰ ਗੁਰੂ ਨਾਨਕ ਦਾ ਮੁੱਕਦਾ ਵੇਖਿਆ। ਉਹਨਾਂ ਨੇ ਖਾ ਦਾ ਨਾਰਾ ਮਾਰਿਆ, ਉਹ ਸਿੱਖੋ ਜੇ ਨਾ ਤੁਸੀਂ ਆਪਣੇ ਪੁੱਤ IAS ਬਣਾ ਸਕੇ, IPS ਬਣਾ ਸਕੇ, ਤੇ ਤਾਂ ਚੇਤਾ ਰੱਖਿਓ ਤੁਹਾਡੇ ਬੱਚੇ ਹੋਟਲਾਂ ਦੇ ਬਾਹਰ ਖਲੋ ਕੇ ਲੋਕਾਂ ਦੀਆਂ ਗੱਡੀਆਂ ਦੇ ਦਰਵਾਜ਼ੇ ਖੋਲਿਆ ਕਰਨੇ। ਬੜਾ ਕੌੜਾ ਸੱਚ ਲਿਖ ਗਿਆ ਉਹ, ਬੜਾ ਕੌੜਾ ਸੱਚ। ਅੱਜ ਪੰਜਾਬ ਦੀ ਧਰਤੀ ਇੱਕ ਨਸਲਕੁਸ਼ੀ ਸੀ ਜਿਹਦੇ ਵਿੱਚ 50,000 ਤੋਂ ਲੈ ਕੇ 60,000 ਨੌਜਵਾਨ ਮਾਰ ਦਿੱਤਾ ਗਿਆ, ਜਿਹੜਾ ਅੱਜ ਤੱਕ ਨਹੀਂ ਲੱਭਿਆ। ਅੱਜ ਤੱਕ ਕਈ ਮਾਵਾਂ ਪਾਗਲ ਤੇ ਕਮਲੀਆਂ ਹੋ ਕੇ ਪਾਗਲਖਾਨਿਆਂ 'ਚ ਬੈਠੀਆਂ ਨੇ, ਜਿਨ੍ਹਾਂ ਨੇ ਆਪਣੇ ਪੁੱਤਾਂ ਦੀਆਂ ਲਾਸ਼ਾਂ ਨਹੀਂ ਵੇਖੀਆਂ। ਸ਼ਾਇਦ ਮੇਰਾ ਪੁੱਤ ਮੁੜ ਆਊਗਾ, ਕਿਤੇ ਉਹਨਾਂ ਜਗ੍ਹਾ ਖਲੋ ਕੇ ਤੇ ਵੇਖੋ। ਥਾਲ ਦੇ ਵਿੱਚ ਪਾ ਕੇ ਵਨਸਵਨੇ ਪ੍ਰਸ਼ਾਦੇ ਛਕਣ ਵਾਲੇ ਉਹ ਕਿਤੇ ਹਵਾਰੇ ਦੀ ਮਾਂ ਨੂੰ ਪੁੱਛ ਕੇ ਤੇ ਵੇਖੋ, ਪੁੱਛ ਕੇ ਤੇ ਵੇਖੋ ਕਿਤੇ ਕੈਸਾ ਹੁੰਦਾ ਹੈ ਪੁੱਤ ਦੇ ਆਗਮਨ ਦੀ ਚਿੰਤਾ। ਪੁੱਤ ਦਾ ਘਰ ਤੇ ਤੁਸੀਂ ਇੱਥੋਂ ਜਾਣਾ ਹੈ। ਕਈਆਂ ਨੇ, ਮੇਰੇ ਵਰਗੇ ਵੀਰਾਂ ਨੇ ਪੇਪਰ ਲੈਣੇ ਆ, 7 ਸਾਲ ਮਾਵਾਂ ਘਰ ਦਾ ਦਰਵਾਜ਼ਾ ਵੇਹਦੀਆਂ ਰਹਿੰਦੀਆਂ, ਸਾਡਾ ਪੁੱਤ ਮੁੜ ਕੇ ਆਊਗਾ। ਤੇ ਮਾਫ ਕਰਨਾ, ਕਈ ਮਾਵਾਂ ਸਿਵਿਆਂ ਦੀ ਰਾਖ ਬਣ ਜਾਂਦੀਆਂ ਪੁੱਤ ਦੀ ਵਾਪਸੀ ਦੀ ਉਡੀਕ ਦੇ ਵਿੱਚ। ਹਾਲਾਂਕਿ ਅਸੀਂ ਤੇ ਨਸਲਕੁਸ਼ੀ ਨਹੀਂ, ਪੈਸਾ ਕਮਾਉਣਾ ਹੈ। ਮਾਫੀ ਚਾਹੁੰਦਾ, ਆਪਣੀ ਗਰੀਬੀ ਮਿਟਾਉਣਾ ਹੈ। ਮੈਂ ਵੀ ਉਹਨਾਂ 'ਚ ਗਰੀਬੀ ਮਿਟਾਉਣਾ ਹੈ। ਕਿਹਦਾ ਜੀ ਕਰਦਾ ਸੀ ਆਪਣੇ ਪੰਜਾਬ ਦੀਆਂ ਪਿੰਡਾਂ ਦੀਆਂ ਗਲੀਆਂ ਛੱਡਣ ਦਾ, ਜਿੱਥੇ ਅਸੀਂ ਬਾਂਟੇ ਖੇਡਦੇ ਰਹੇ, ਜਿੱਥੇ ਗੁੱਲੀ ਡੰਡਾ ਖੇਡਦੇ ਰਹੇ। ਜੀ ਕਰਦਾ ਹੀ ਛੱਡਣ ਨੂੰ। ਕਿਉਂ ਛੱਡਿਆ? ਕੁਝ ਕੁ ਭੁੱਖ ਮਿਟ ਜਾਵੇ। ਪਰ ਮਾਫ ਕਰਨਾ, ਲੱਗਦਾ ਨਹੀਂ ਇਹ ਕਾਫਲਾ ਵਾਪਸ ਜਾਊਗਾ। ਇਸ ਕਾਫਲੇ ਦੀ ਵਾਪਸੀ ਦੀ ਕੋਈ ਉਡੀਕ ਨਹੀਂ ਹੈ। ਕਿਉਂ ਨਹੀਂ ਉਡੀਕ? ਕਿਉਂਕਿ ਇਸ ਕਾਫਲੇ ਦੀ, ਜਿਹੜਾ ਕਾਫਲਾ ਉੱਥੋਂ ਤੁਰ ਕੇ ਆ ਗਿਆ ਨਾ, ਇਹ ਜਿਹੜੀ ਨਸਲਕੁਸ਼ੀ ਹੋਈ ਆ ਨਾ, ਇਹਦੀ ਸੁਰਤ ਵਿੱਚੋਂ ਗੁਰੂ ਨਾਨਕ ਕਤਲ ਕਰ ਦਿੱਤਾ। ਮੇਰੇ ਵਰਗੇ ਪ੍ਰਚਾਰਕਾਂ ਇਹਦੀ ਸੁਰਤ ਵਿੱਚੋਂ ਗੁਰੂ ਅਰਜਨ ਦੇਵ ਜੀ ਮਹਾਰਾਜ ਕਤਲ ਕਰ ਦਿੱਤਾ ਹੈ। ਜਿਸ ਦਿਨ ਗੁਰੂ ਅਰਜਨ ਦੇਵ ਜੀ ਦੇ ਸਿਰ ਉੱਤੇ ਤੱਤੀ ਰੇਤ ਪਾਈ ਸੀ ਨਾ ਗੰਗੂ ਨੇ, ਉਦਣ ਗੁਰੂ ਅਰਜਨ ਦੇਵ ਜੀ ਕਤਲ ਨਹੀਂ ਸੀ ਹੋਇਆ ਸਾਡੀ ਸੁਰਤ ਵਿੱਚੋਂ ਨਾ, ਉਦਣ ਨਹੀਂ ਸੀ ਹੋਇਆ। ਜਿੱਦਣ ਸਾਹਿਬਜ਼ਾਦਿਆਂ ਨੂੰ ਨੀਹਾਂ ਦੇ ਵਿੱਚ ਖੜੇ ਕਰਕੇ ਚਿਣ ਦਿੱਤਾ ਗਿਆ ਸੀ ਨਾ, ਵਜ਼ੀਦ ਖਾਨ ਨੇ ਇਹ ਸੋਚਿਆ ਸੀ ਅੱਜ ਮੈਂ ਸਾਹਿਬਜ਼ਾਦੇ ਕਤਲ ਕਰ ਦਿੱਤੇ ਆ, ਭੁਲੇਖਾ ਖਾ ਗਿਆ ਸੀ। ਉਦਣ ਸਾਹਿਬਜ਼ਾਦੇ ਕਤਲ ਨਹੀਂ ਸੀ ਹੋਏ। ਸਿੱਖਾਂ ਨੇ ਆਪਣੀ ਸੁਰਤ ਵਿੱਚ ਪਾਲ ਲਏ ਸਨ। ਤੁਹਾਡੀਆਂ ਵਰਗੀਆਂ ਮਾਵਾਂ ਨੇ ਉਹਨਾਂ ਸਾਹਿਬਜ਼ਾਦਿਆਂ ਨੂੰ ਆਪਣੀ ਸੁਰਤ ਵਿੱਚ ਪਾਲ ਲਿਆ ਸੀ। ਅਸੀਂ ਆਪਣੇ ਬੱਚੇ ਇਹਨਾਂ ਵਰਗੇ ਬਣਾਵਾਂਗੇ। ਤੇ ਮਾਫ ਕਰਨਾ, ਅੱਜ ਉਹ ਸਾਹਿਬਜ਼ਾਦੇ ਸਾਡੀ ਸੁਰਤ ਵਿੱਚੋਂ, ਸਾਡੀ ਧੀ ਦੀ ਸੁਰਤ ਵਿੱਚੋਂ ਕਤਲ ਕਰ ਦਿੱਤੇ ਆ। ਜਦੋਂ ਸਿੱਖ ਗੁਰੂ ਨਾਨਕ ਦੀ ਧੀ ਕਹਿੰਦੀ ਹੈ ਮੈਂ ਕਲੀਨ ਸ਼ਿਵ ਲੜਕੇ ਨਾਲ ਵਿਆਹ ਕਰਨਾ, ਗੁਰਸਿੱਖ ਨਾਲ ਨਹੀਂ। ਮਾਫੀ ਚਾਹੁੰਦਾ, ਮੈਂ ਕਿਸੇ ਦੀ ਮਾਫੀ ਪਹਿਲਾਂ ਮੰਗ ਲੈਣਾ, ਮੈਂ ਇਹ ਗੱਲ ਚੁਭਵੀਂ ਲੱਗਣੀ। ਹਰ ਸਾਲ ਅਨੰਦਪੁਰ ਦੀ ਠੇਰੀ ਦੀ ਗੱਲ ਹੋਵੇਗੀ, ਹਰ ਸਾਲ ਗੁਰੂ ਨਾਨਕ ਦੀ ਗੱਲ ਹੋਵੇਗੀ, ਪਰ ਸੁਰਤ ਵਿੱਚ ਗੁਰੂ ਨਾਨਕ ਨਹੀਂ ਹੋਵੇਗਾ। ਸੁਰਤ ਵਿੱਚ ਹੋਣਗੀਆਂ ਗੁਰੂ ਨਾਨਕ ਦੀਆਂ ਕਰਾਮਾਤ ਸਾਖੀਆਂ, ਸੁਰਤ ਵਿੱਚ ਹੋਣਗੀਆਂ ਗੁਰੂ ਅਰਜਨ ਦੇਵ ਜੀ ਦੀਆਂ ਕਰਾਮਾਤ ਦੀਆਂ ਸਾਖੀਆਂ, ਗੁਰੂ ਨਾਨਕ ਦਾ ਪੈਗਾਮ, ਗੁਰੂ ਨਾਨਕ ਦਾ ਸੁਣਿਆ, ਨਾ ਪ੍ਰਚਾਰਕ ਦਾ ਦਾਮਿਆ ਕਹਿਣ ਦਾ। ਮੈਂ ਤਾਂ ਕਈ ਵਾਰੀ ਕਹਿਣਾ, ਮੇਰੇ ਵਰਗਾ ਇੱਕ ਰਾਤ ਰਹਿਣ ਦੇ ਕਮਜ਼ੋਰੀ ਦੇ ਵਿੱਚ ਹੀ ਸੱਚ ਕਹਿਣਾ ਭੁੱਲ ਜਾਂਦਾ ਹੈ। ਅਜੇ ਮੇਰੇ ਵਰਗੇ ਪ੍ਰਚਾਰਕ ਕੋਲ ਵੀ ਹਿੰਮਤ ਨਹੀਂ ਸੱਚ ਕਹਿਣ ਦੀ। ਮੇਰੇ ਵਰਗਾ ਵੀ ਇਹ ਡਰਦਾ ਕਿਤੇ ਸੜਕ ਤੇ ਨਾ ਆ ਜਾਏ। ਸੱਚ ਕਹਿਣ ਵਾਸਤੇ ਸੱਚਮੁੱਚ ਇੱਕ ਚੋਲਾ ਤੇ ਤੇੜ ਕੇ ਸ਼ਹਿਰਾ ਹੀ ਚਾਹੀਦਾ। ਸੱਚ ਕਹਿਣ ਵਾਸਤੇ ਸੱਚਮੁੱਚ ਪੈਰਾਂ ਦੇ ਵਿੱਚ ਜੁੱਤੀ ਨਹੀਂ ਚਾਹੀਦੀ, ਤਾਂ ਹੀ ਸੱਚ ਕਿਹਾ ਜਾ ਸਕਦਾ। ਸੱਚ ਕਹਿਣ ਵਾਸਤੇ ਸੱਚਮੁੱਚ ਸਿਰ ਦੇ ਉੱਤੇ ਦਸਤਾਰ ਹੋਣੀ ਚਾਹੀਦੀ ਹੈ, ਪਰ ਉਹ ਦਸਤਾਰ ਗੁਰੂ ਨਾਨਕ ਦੀ ਹੋਣੀ ਚਾਹੀਦੀ। ਸਤਿਗੁਰੂ ਗੁਰਦੇਵ ਜੀ ਮਹਾਰਾਜ ਨੇ ਇਹੀ ਹੋਲਗੜ੍ਹ ਦਾ ਸਫ਼ਰ ਤੈਅ ਕੀਤਾ। ਕਹਿੰਦੇ ਮੈਂ ਤੁਹਾਨੂੰ ਦੱਸੂਗਾ ਹੋਲਾ ਮਹੱਲਾ ਕਿਵੇਂ ਖੇਡਿਆ ਜਾਂਦਾ ਹੈ। ਮੈਂ ਤੁਹਾਨੂੰ ਦੱਸਾਂਗਾ ਸਿੱਖਾਂ ਦੇ ਹੋਲੇ ਮਹੱਲੇ ਵਿੱਚ ਕੈਸੀ ਕਾਬਲੀਅਤ ਹੋਵੇਗੀ। ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਵਿੱਚ ਇੱਕ ਵੀ ਸਿੱਖ ਅਨਪੜ੍ਹ ਨਹੀਂ, ਇੱਕ ਵੀ ਸਿੱਖ ਅਨਐਜੂਕੇਟ ਨਹੀਂ। ਫ੍ਰੈਂਚ ਤੋਂ ਲੈ ਕੇ ਸਪੈਨਿਸ਼ ਲੈਂਗੁਏਜ ਤੱਕ ਉਹਨਾਂ ਸਿੱਖਾਂ ਨੂੰ ਪਤਾ ਹੈ। ਕਿਹੜੀ ਐਜੂਕੇਸ਼ਨ ਸੀ ਉਹਨਾਂ ਕੋਲ? ਪਤਾ ਕੀ ਹੈ, ਗੁਰੂ ਨਾਨਕ ਨੇ ਜਦੋਂ ਕਿਹਾ ਸੀ ਨਾ ਘਰ ਘਰ ਅੰਦਰ ਧਰਮਸ਼ਾਲ ਹੋਵੇ, ਗੁਰੂ ਨਾਨਕ ਪਾਤਸ਼ਾਹ ਨੂੰ ਪਤਾ ਸੀ ਮੈਂ ਅਲੱਗਾ ਬਿਲਡਿੰਗਾਂ ਨਹੀਂ ਗੁਰਦੁਆਰਿਆਂ ਦੀਆਂ ਖੜੀਆਂ ਕਰਨੀਆਂ ਨਾ, ਮੈਂ ਸਿੱਖ ਦਾ ਘਰ ਗੁਰਦੁਆਰਾ ਬਣਾਉਣਾ।
ਸਿੱਖ ਤੋਂ ਇੱਕ ਘਰ ਦੇ ਵਿੱਚ ਗੁਰੂ ਨਾਨਕ ਨੂੰ ਸੁਨੇਹਾ ਦਊਗੀ ਗੁਰੂ ਨਾਨਕ ਦੀ ਮਾਂ ਕੋਲ ਬਿਠਾ ਕੇ। ਜੇ ਸਕੂਲ ਕਿਤੇ ਨਾ ਦੇ ਸਕਣਗੇ ਨਾ, ਇਹ ਗੁਰੂ ਨਾਨਕ ਦੀ ਬੱਚੀ ਆਪਣੇ ਪੁੱਤ ਨੂੰ, ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਨੇ ਪਤਾ ਕਿਹਦੇ ਕੋਲੋਂ ਬਾਣੀ ਸੁਣੀ, ਮੈਂ ਬਾਰ-ਬਾਰ ਗੱਲ ਕਰਦਾ, ਪਤਾ ਕਿਉਂ? ਕਿਉਂਕਿ ਗੁਰੂ ਅਮਰਦਾਸ ਸਾਹਿਬ ਦੇ ਸਫ਼ਰ ਦੇ ਵਿੱਚ ਜੇ ਕਿਤੇ ਖੂਬਸੂਰਤੀ ਦਾ ਇੱਕ ਉਹ ਪੱਖ ਆ ਨਾ, ਜਿੱਥੋਂ ਗੁਰੂ ਅਮਰਦਾਸ ਸਾਹਿਬ ਦਾ ਜੂ ਟਰਨ ਲਾਈਫ ਦਾ ਵੱਜਦਾ ਹੈ, ਪਤਾ ਕਿੱਦਣ ਵੱਜਦਾ ਹੈ? ਜਿੱਦਣ ਗੁਰੂ ਅੰਗਦ ਦੇਵ ਜੀ ਮਹਾਰਾਜ ਦੀ ਸੁਪੁੱਤਰੀ ਬੀਬੀ ਅਮਰੋ ਦੇ ਕੋਲੋਂ ਉਹ ਗੁਰਬਾਣੀ ਦੀਆਂ ਪੰਕਤੀਆਂ ਸੁਣਦੇ। ਗੁਰਬਾਣੀ ਹਿਲਾ ਕੇ ਰੱਖ ਦਿੰਦੀ ਹੈ, ਗੁਰੂ ਨਾਨਕ ਦਾ ਬਚਨ ਹਿਰਦੇ ਵਿੱਚ ਜਾ ਕੇ ਹਿੱਟ ਕਰਦਾ ਹੈ। ਤੇ ਪਤਾ ਕੀ ਕਹਿੰਦੇ ਆ? ਧੀਏ ਮੈਨੂੰ ਲੈ ਕੇ ਚੱਲ ਅੱਗੇ ਦੀ ਬਾਣੀ। ਸਾਡੇ ਵਰਗੇ ਪ੍ਰਚਾਰਕਾਂ ਦੀ ਇੱਥੇ ਅਸੀਂ ਕੀਰਤਨ ਵੀ ਕਰਦੇ ਹਾਂ, ਵਾਜੇ ਬੇਸੁਰੇ ਕਰ ਚੁੱਕੇ ਹਾਂ, ਤਬਲਿਆਂ ਦੇ ਪਤਾ ਨਹੀਂ ਕਿੰਨੀ ਵਾਰੀ ਖੱਲਾਂ ਪਾੜ ਚੁੱਕੇ ਹਾਂ, ਮੇਰੇ ਵਰਗੇ ਕਥਾਵਾਚਕ ਪਤਾ ਨਹੀਂ ਕਿੰਨੀਆਂ ਕਥਾ ਕਹਾਣੀਆਂ ਸੁਣਾ ਚੁੱਕੇ ਆ, ਪਰ ਇੱਥੇ ਜਾ ਕੇ ਗੱਲ ਨਹੀਂ ਵੱਜੀ। ਪਤਾ ਕਿਉਂ ਨਹੀਂ ਵੱਜੀ? ਕਿਉਂਕਿ ਮੈਂ ਵਿਕਾਊਂਗਾ, ਮੈਨੂੰ ਬਹੁਤ ਡਰ ਲੱਗਦਾ। ਮੈਨੂੰ ਕੀ ਆ, ਮੇਰੇ 2 ਵਕਤ ਦੀ ਰੋਟੀ ਚੱਲਦੀ ਚੱਲਣ ਦਿਓ। ਆਹ ਗੱਲਾਂ ਨੇ। ਹੋਲਗੜ ਦੀ ਧਰਤੀ ਉੱਤੇ ਜਿੱਦਣ ਵਾਸਾ ਕਰੋਗੇ ਨਾ, ਉਸ ਹੋਲੇ ਮਹੱਲੇ ਦਾ ਰੰਗ ਤੁਹਾਨੂੰ ਸਮਝ ਆਊ। ਮੈਂ ਕਈ ਵਾਰੀ ਕਹਿਣਾ, ਗੁਲਾਬ ਨੂੰ ਹਰ ਕੋਈ ਕਹਿੰਦਾ ਹੈ, ਵੈਲੈਂਟਾਈਨ ਦੇ ਉੱਤੇ ਸਭ ਤੋਂ ਮਹਿੰਗਾ ਫੁੱਲ ਜੇ ਕਿਤੇ ਦੁਨੀਆ 'ਚ ਵਿਕਦਾ ਨਾ, ਪਤਾ ਕਿਹੜਾ ਵਿਕਦਾ ਜੀ? ਗੁਲਾਬ। ਤੇ ਗੁਲਾਬ ਦੀ ਪਰਵਰਿਸ਼ ਪਤਾ ਕੌਣ ਕਰਦਾ? ਦੱਸੋਗਾ? ਗੁਲਾਬ ਦੀ ਪਰਵਰਿਸ਼ ਕੰਡੇ ਕਰਦੇ ਆ। ਗੁਲਾਬ ਦੀ ਪਰਵਰਿਸ਼ ਕੰਡੇ ਕਰਦੇ ਆ ਤੇ ਉਹਨਾਂ ਦੇ ਵਿੱਚੋਂ ਗੁਲਾਬ ਉਭਰਦਾ ਹੈ ਤੇ ਗੁਲਾਬ ਦੁਨੀਆ ਦਾ ਸਭ ਤੋਂ ਮਹਿੰਗਾ ਕਾਰੋਬਾਰ ਕਰਦਾ ਹੈ ਵੈਲੈਂਟਾਈਨ ਦੇ ਡੇ ਦੇ ਦਿਨ। ਤੇ ਗੁਲਾਬ ਦੀ ਇੱਕ ਹੋਰ ਬੜੀ ਖੂਬਸੂਰਤੀ ਹੈ, ਗੁਲਾਬ 3 ਚੀਜ਼ਾਂ ਪੈਦਾ ਕਰਦਾ ਹੈ, ਗੁਲਕੰਦ, ਗੁਲਾਲ ਤੇ ਇੱਕ ਫੁੱਲ। ਤੇ ਤਿੰਨੇ ਚੀਜ਼ਾਂ ਸਿਹਤ ਵਾਸਤੇ ਬੜੀਆਂ ਲਾਭਦਾਇਕ ਆ। ਗੁਲਕੰਦ ਜਿਹੜਾ ਬੰਦਾ ਖਾਣ ਲੱਗ ਪਵੇ, ਚਿਹਰੇ ਤੇ ਲਾਲਗੀ ਆਉਣ ਲੱਗ ਪਊਗੀ, ਕਈ ਰੋਗ ਮਿਟ ਜਾਣਗੇ। ਗੁਲਕੰਦ ਜੇ ਗੁਲਾਲ ਚਿਹਰੇ ਤੇ ਲਾ ਲਿਆ ਜਾਵੇ ਤੇ ਚਿਹਰੇ ਦੀ ਰਵਾਨਗੀ ਬਣਾ ਦਊਗਾ, ਕੈਮੀਕਲ ਕੋਈ ਨਹੀਂ। ਗੁਲਾਬ ਜੇ ਹੱਥ ਵਿੱਚ ਫੜ ਲਿਆ ਜਾਵੇ, ਪ੍ਰੇਮ ਦਾ ਸੁਨੇਹਾ ਦੇ ਦੇਵੇਗਾ। ਪਰ ਹੈ ਪਰਵਰਿਸ਼ ਕੰਡਿਆਂ ਤੇ। ਇੱਕ ਗੁਲਾਬ ਦੀ ਹੋਰ ਬੜੀ ਖਾਸੀਅਤ ਹੈ, ਗੁਲਾਬ ਨੂੰ ਕਲਮਾਂ ਦੇ ਰੂਪ ਦੇ ਵਿੱਚ ਘੜ ਕੇ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਲਾ ਲਿਓ, ਉਨੀ ਖੂਬਸੂਰਤੀ ਦਊਗੇ। ਇੱਕ ਜਗ੍ਹਾ ਤੋਂ ਜਦੋਂ ਔਰਤ ਦੀ ਗੱਲ ਕੀਤੀ ਨਾ ਸੱਚੇ ਪਾਤਸ਼ਾਹ ਨੇ, ਅਸੀਂ 4 ਲਾਵਾਂ ਦੀ ਗੱਲ ਕੀਤੀ। ਲਾਮ ਦਾ ਮਤਲਬ ਵੇਲ ਆ, ਇੱਕ ਜਗ੍ਹਾ ਤੋਂ ਪੱਟ ਕੇ ਦੂਜੀ ਜਗ੍ਹਾ ਤੇ ਲਾ ਦੇਣੀ। ਧੀ ਆਪਣੇ ਬਾਬਲ ਦੇ ਘਰ ਤੋਂ ਪੱਟ ਕੇ ਸਹੁਰੇ ਘਰ ਵਿੱਚ ਲਾ ਦਿੱਤੀ ਜਾਂਦੀ ਹੈ ਵੇਲ। ਪਰ ਉਸ ਵੇਲ ਦੀ ਖੂਬਸੂਰਤੀ ਪਤਾ ਕੀ ਹੈ? ਜਿੱਦਣ ਉਹ ਆਪਣੇ ਬਾਬਲ ਦੇ ਘਰ ਦੇ ਵਿੱਚ ਪਲਦੀ ਆ ਨਾ, ਉਦਣ ਤੱਕ ਕੋਈ ਮੈਚਿਓਰ ਨਹੀਂ, ਮਾਫ ਕਰ ਦਿਓ। ਪਰ ਜਿੱਦਣ ਉਹ ਸਹੁਰੇ ਘਰ ਵਿੱਚ ਆਉਂਦੀ ਆ ਨਾ, ਉਦਣ ਆਪਣੀ ਮੈਚੋਰਿਟੀ ਦਾ ਐਸਾ ਰੂਪ ਬਖਸ਼ਦੀ ਹੈ, ਘਰ ਨੂੰ ਸਵਰਗ ਬਣਾ ਕੇ ਰੱਖ ਦਿੰਦੀ। ਇਹ ਆ ਲਾਮ ਦਾ, ਇਹ ਆ ਗੁਲਾਬ। ਸਤਿਗੁਰੂ ਗੁਰਦੇਵ ਜੀ ਕਹਿੰਦੇ, ਮੈਂ ਗੁਲਾਲ ਤੇ ਗੁਲਾਬ ਦੀ ਗੱਲ ਤੈਨੂੰ ਦੱਸਣੀ ਚਾਹੁੰਦਾ। ਇਸ ਹੋਲੇ ਮਹੱਲੇ ਦੀ ਧਰਤੀ ਉੱਤੇ, ਇਸ ਹੋਲਗੜ ਦੀ ਧਰਤੀ ਉੱਤੇ ਤੈਨੂੰ ਗੁਲਾਬ ਨਾਲ ਜੋੜਾਂਗਾ, ਤੈਨੂੰ ਗੁਲਾਲ ਨਾਲ ਜੋੜਾਂਗਾ। ਤੇਰੀ ਸੁਰਤ ਦੇ ਵਿੱਚ ਇਹੋ ਜੀ ਰਵਾਨਗੀ ਪੈਦਾ ਕਰ ਦੇਵਾਂਗਾ ਕਿ ਤੂੰ ਜ਼ਿੰਦਗੀਆਂ ਦੇ ਵਿੱਚ ਆਗਾਜ਼ ਸੱਚ ਦਾ ਲੈ ਕੇ ਤੁਰੇਗਾ। ਤੇ ਅਗਲਾ ਪਤਾ ਕਿਲਾ ਕਿਹੜਾ ਜੀ? ਲੋਹਗੜ੍ਹ। ਜੋ ਤੁਸੀਂ ਆਨੰਦਪੁਰ ਕੇਸਗੜ੍ਹ ਸਾਹਿਬ ਦੇ, ਆਨੰਦਗੜ੍ਹ ਦੇ ਆਲੇ ਦੁਆਲੇ ਜਿਹੜੇ ਕਿਲੇ, ਮੈਂ ਕਹਿੰਦਾ ਕੈਸੀ ਖੂਬਸੂਰਤੀ ਗੁਰੂ ਗੋਬਿੰਦ ਸਿੰਘ ਨੇ ਤੈਅ ਕੀਤੀ, ਕਿੱਡੀ ਲੰਬੀ ਡੂੰਘਾਈ ਦੀ ਫਿਲਾਸਫੀ ਤੈਅ ਕੀਤੀ। ਸਾਹਿਬ ਕਹਿੰਦੇ ਲੋਹਗੜ੍ਹ ਸਥਾਪਿਤ ਕਰਨ ਲੱਗਾ ਤੇ ਸਿੱਖ ਦਾ ਰਿਸ਼ਤਾ ਲੋਹੇ ਨਾਲ ਬਣਾ ਦਿੱਤਾ। ਲੋਹਗੜ੍ਹ ਕਿਲਾ ਗੁਰੂ ਹਰਗੋਬਿੰਦ ਸਾਹਿਬ ਨੇ ਵੀ ਬਣਾਇਆ, ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ। ਲੋਹਗੜ੍ਹ ਕਿਲੇ ਦੀ ਖੂਬਸੂਰਤੀ ਪਤਾ ਕੀ ਹੈ? ਲੋਹਾ ਕਿਉਂ ਗੁਰੂ ਜੀ ਨੇ ਹੱਥ ਵਿੱਚ ਪਾਇਆ ਭਲਾ? ਅੱਜ ਤੇ ਮਾਫ ਕਰਨਾ, ਮੈਂ ਪਹਿਲਾਂ ਵੀ ਬੇਨਤੀ ਕੀਤੀ ਹੈ, ਸਮਾਂ ਪੰਧ ਮੁਕਾ ਚਲਿਆ, 5 ਮਿੰਟ ਕੇਵਲ ਕੋਲ ਨੇ, ਮੈਂ ਗੱਲ ਕਹਿ ਕੇ ਸਮਾਪਤੀ ਕਰਾਂਗਾ। ਲੋਹੇ ਦੀ ਖੂਬਸੂਰਤੀ ਜਦੋਂ ਗੁਰੂ ਗੋਬਿੰਦ ਸਿੰਘ ਨੇ ਵੇਖੀ ਨਾ, ਇਹ ਨਹੀਂ ਕਿ ਗੁਰੂ ਗੋਬਿੰਦ ਸਿੰਘ ਕੋ ਸੋਨਾ ਨਹੀਂ ਸੀ। ਅੱਜ ਮੇਰੇ ਵੀਰ ਬੜੇ ਪਿਆਰੇ ਨੇ, ਬੜੀਆਂ ਮਿਹਨਤਾਂ ਕਰਦੇ ਆ, ਦਿਨ ਰਾਤ ਮਿਹਨਤਾਂ ਕਰਕੇ, ਮੁਸ਼ੱਕਤਾਂ ਕਰਕੇ ਧਰਤੀ ਤੇ ਜਦੋਂ ਉਤਰਦੇ ਆ ਤੇ ਉਹਨਾਂ ਨੂੰ ਸ਼ੌਂਕ ਹੁੰਦਾ ਕਿ ਅਸੀਂ ਹੱਥਾਂ ਦੇ ਉੱਪਰ ਮਹਿੰਗੇ ਕੜੇ ਪਾਈਏ। ਪਾਉਣੇ ਚਾਹੀਦੇ ਆ, ਮੈਂ ਕਹਿੰਦਾ ਨਹੀਂ ਪਾਉਣੇ ਚਾਹੀਦੇ, ਪਾਉਣੇ ਚਾਹੀਦੇ, ਪਰ ਗੁਰੂਰ ਪੈਦਾ ਹੁੰਦਾ ਜਿਹਦੇ ਨਾਲ। ਜਦੋਂ ਅਸੀਂ ਕੋਈ ਚੀਜ਼
ਉਹਦੀ ਬਣਾਈ ਹੈ ਨਾ ਜਿਹਦੀ ਕੀਮਤ ਦੁਨੀਆ ਦੇ ਵਿੱਚ ਬਹੁਤ ਹੋਵੇ, ਤੇ ਜਦੋਂ ਆਪਣੇ ਹੱਥ ਤੇ ਪਾ ਕੇ ਘੁੰਮੀਏ ਤੇ ਉਹ ਗਰੂਰ ਪੈਦਾ ਕਰਦੀ ਹੈ, ਤੇ ਗਰੂਰ ਹੰਕਾਰ ਨਾਲ ਜੁੜੇ। ਗਰੂਰ ਨਹੀਂ ਹੋਣਾ ਚਾਹੀਦਾ ਸਿੱਖ ਦੀ ਸੁਰਤ ਦੇ ਵਿੱਚ। ਸਿੱਖ ਦੀ ਸੁਰਤ ਵਿੱਚ ਸਿਰਫ ਇੱਕ ਹੀ ਗਰੂਰ ਆ, ਪਤਾ ਕੀ? ਮੈਨੂੰ ਮਾਣ ਆ ਮੈਂ ਗੁਰੂ ਗੋਬਿੰਦ ਸਿੰਘ ਦਾ ਸਿੱਖ ਹਾਂ, ਇਹ ਗਰੂਰ ਹੋਣਾ ਚਾਹੀਦਾ। ਸਿੱਖ ਦੀ ਸੁਰਤ ਵਿੱਚ ਇਸ ਤੋਂ ਜ਼ਿਆਦਾ ਗਰੂਰ ਨਹੀਂ ਚਾਹੀਦਾ। ਪਰ ਮਾਫ ਕਰਨਾ, ਜਦੋਂ ਸੋਨੇ ਦਾ ਕੜਾ ਪਾ ਕੇ ਅੱਜ ਅਸੀਂ ਘੁੰਮਦੇ ਹਾਂ ਨਾ, ਕਈਆਂ ਵੀਰਾਂ ਨੇ ਕੰਨਾਂ 'ਚ ਸੋਨੇ ਦੀਆਂ ਨੱਤੀਆਂ ਵੀ ਪਾਈਆਂ। ਮੈਂ ਕਹਿੰਦਾ ਪਾਓ, ਤੁਹਾਡੀ ਆਪਣੀ ਪਰਸਨਲ ਲਾਈਫ ਆ, ਮੈਂ ਕਿਸੇ ਨੂੰ ਇਹ ਨਹੀਂ ਕਹਿੰਦਾ। ਪਰ ਇੱਕ ਪ੍ਰਚਾਰਕ ਹੋਣ ਦੇ ਨਾਤੇ ਇੱਥੋਂ ਪੈਗਾਮ ਦੇਣਾ ਮੇਰਾ ਫਰਜ਼ ਆ। ਗੁਰੂ ਨਾਨਕ ਦਾ ਘਰ ਨੱਤੀਆਂ ਪਾਉਣ ਵਾਲਿਆਂ ਦਾ ਨਹੀਂ, ਗੁਰੂ ਨਾਨਕ ਦਾ ਘਰ ਬਾਜੂਆਂ ਦੇ ਉੱਤੇ ਕੋਹੀ ਨੂਰ ਬੰਨਣ ਵਾਲਿਆਂ ਦਾ। ਗੁਰੂ ਨਾਨਕ ਦਾ ਘਰ ਡੌਲਿਆਂ ਦੇ ਉੱਤੇ ਕੋਹੀ ਨੂਰ ਬੰਨਣ ਵਾਲਿਆਂ ਦਾ ਵਾ, ਕੰਨਾਂ 'ਚ ਨੱਤੀਆਂ ਪਾ ਕੇ ਘੁੰਮਣ ਵਾਲਿਆਂ ਦਾ ਨਹੀਂ। ਪਤਾ ਕਿਉਂ? ਕਿਉਂਕਿ ਨਾਨਕ ਦਾ ਘਰ ਨੱਤੀਆਂ ਪਾਉਣ ਵਾਲਿਆਂ ਦੇ ਨਾਲ ਨਹੀਂ। ਹੋ ਸਕਦਾ ਬੜੀ ਚੰਗੀ ਸੁਰਤ ਹੋਵੇ, ਚੰਗੀ ਸੋਚ ਹੋਵੇ, ਮੈਂ ਸਮਝਦਾ ਦੱਸਿਆ ਹੀ ਨਹੀਂ ਮੇਰੇ ਵਰਗੇ ਪ੍ਰਚਾਰਕ ਨੇ ਨਾ। ਬੱਚੇ ਬੜੇ ਪਿਆਰੇ ਨੇ, ਆ ਜਿਹੜੀ ਅੱਜ ਕੱਲ੍ਹ ਦੀ ਨੌਜਵਾਨ ਪੀੜ੍ਹੀ ਹੈ ਬੜੀ ਬਾ ਕਮਾਲ, ਬੜੀ ਪਿਆਰੀ ਹੈ, ਪਰ ਥੋੜ੍ਹਾ ਜਿਹਾ ਸਮਾਂ ਲਾ ਕੇ ਇਹਨਾਂ ਨੂੰ ਸਮਝਾਓ, ਇਹ ਸਮਝ ਜਾਂਦੇ। ਸਾਡੇ ਨਾਲੋਂ ਜ਼ਿਆਦਾ ਸਿੱਖੀ ਦੇ ਨਾਲ ਪਿਆਰ ਕਰਨ ਵਾਲੇ ਆ, ਕਿ ਮੈਂ ਕਰਨਾ। ਸਤਿਗੁਰੂ ਜੀ ਨੇ ਭਰਮਗੜ੍ਹ ਤੋੜਿਆ। ਕਿਸ ਤਰ੍ਹਾਂ ਤੋੜਿਆ? ਤੁਹਾਨੂੰ ਚੇਤਾ ਹੋਣਾ, ਆਨੰਦਪੁਰ ਦੀ ਧਰਤੀ ਤੇ ਇੱਕ ਘਟਨਾ ਘਟ ਗਈ। ਸ਼ਨੀਵਾਰ ਦਾ ਦਿਨ ਆ ਗਿਆ ਤੇ ਮੇਰੇ ਵਰਗਾ ਇੱਕ ਪੰਡਤ ਪੁਜਾਰੀ ਆ ਕੇ ਕਹਿੰਦਾ, ਧੰਨ ਗੁਰੂ ਗੋਬਿੰਦ ਜੀ, ਤੁਹਾਡੇ ਉੱਤੇ ਸ਼ਨੀ ਦਾ ਪਹਿਰਾ ਜੇ, ਪ੍ਰਕੋਪੀ ਜੇ ਸ਼ਨੀ ਦੀ। ਆ ਕੁਝ ਪੰਡਤਾਂ ਨੂੰ ਦਾਨ ਪੁੰਨ ਨਹੀਂ ਕਰੋ। ਸਭ ਕਹਿੰਦੇ ਕੀ ਚਾਹੁੰਦੇ ਹੋ, ਲਿਸਟ ਬਣਾ ਦਿਓ, ਤੁਹਾਨੂੰ ਮਿਲ ਜਾਂਦਾ ਸਾਰਾ ਖਜ਼ਾਨੇ ਚੋਂ। ਲਿਖ ਦਿੱਤਾ ਵੀ ਲੋਹਾ ਚਾਹੀਦਾ ਹੈ, ਲਿਖ ਦਿੱਤਾ ਸਰੋਂ ਦਾ ਤੇਲ ਚਾਹੀਦਾ ਹੈ, ਲਿਖ ਦਿੱਤਾ ਇੰਨੀ ਮਾਂ ਦੀ ਦਾਲ ਚਾਹੀਦੀ ਹੈ। ਸਭ ਕਹਿੰਦੇ ਸਭ ਕੁਝ ਦੇ ਦਿਓ। ਪੰਡਤ ਜੀ ਹੁਣਾਂ ਨੇ 3-4 ਆਪਣੇ ਖੋਤੇ ਲੱਦ ਲਏ ਤੇ ਤੁਰੇ ਜਾ ਰਹੇ ਆ, ਤੇ ਸਿੱਖਾਂ ਦਾ ਇੱਕ ਕਾਫਲਾ ਬੈਠਾ, ਗੁਰੂ ਕਿਆਂ ਸਿੱਖਾਂ ਦਾ। ਉਹਨਾਂ ਨੇ ਵੇਖ ਲਿਆ, ਪੰਡਤ ਜੀ ਅੱਜ ਕਾਫੀ ਮਾਲਮਤਾ ਲੈ ਕੇ ਜਾ ਰਹੇ। ਆਵਾਜ਼ ਮਾਰੀ, ਪੰਡਤ ਜੀ ਕਿੱਧਰ ਚੱਲੇ ਜੇ? ਕਹਿੰਦੇ ਸ਼ਨੀ ਲਾਉਣ ਚੱਲਿਆ ਮੈਂ। ਤੇ ਉਹ ਕਹਿੰਦੇ ਤੁਹਾਨੂੰ ਪਤਾ ਜੀ ਅੱਜ ਸਭ ਤੋਂ ਜ਼ਿਆਦਾ ਸ਼ਨੀ ਦਾ ਪ੍ਰਕੋਪ ਤੇ ਤੁਹਾਡੇ ਸਿਰ ਤੇ ਝੂਲ ਰਿਹਾ ਜੀ। ਉਹ ਕਹਿੰਦੇ ਉਹ ਕਿਵੇਂ? ਕਹਿੰਦੇ ਆ ਹੁਣੇ ਤੈਨੂੰ ਦੱਸ ਦਿੰਦੇ। ਸਭ ਕੁਝ ਖੋਹ ਲਿਆ, ਸਭ ਕੁਝ ਖੋਹ ਲਿਆ। ਤੇਲ ਨੂੰ ਗਰਮ ਕਰ ਲਿਆ, ਵੜੇ ਬਣਾ ਲਏ ਮਾਂ ਦੀ ਦਾਲ ਦੇ, ਆਪਸ ਵਿੱਚ ਲੰਗਰ 'ਚ ਛਕਾ ਦਿੱਤੇ। ਤੇ ਜਿਹੜਾ ਲੋਹਾ ਸੀ ਨਾ, ਉਹਦਨੇ ਘਟਨਾ ਅਹਿਮ ਘਟਾ ਦਿੱਤੀ ਗੁਰੂ ਗੋਬਿੰਦ ਸਿੰਘ ਨੇ। ਲੋਹੇ ਦੀਆਂ ਕੜੀਆਂ ਤਾਰਾਂ ਬਣਾ ਕੇ ਹੱਥਾਂ 'ਚ ਪਾ ਕੇ ਮੁਸਕਰਾਉਂਦੇ ਗੁਰੂ ਗੋਬਿੰਦ ਰਾਏ ਜੀ ਕੋਲ ਚਲੇ ਗਏ। ਸਾਹਿਬ ਜੀ ਨੇ ਜਦੋਂ ਹੱਥਾਂ ਦੇ ਵਿੱਚ ਕੜੀਏ ਪਏ ਵੇਖੇ ਨਾ, ਸਾਹਿਬ ਕਹਿੰਦੇ ਆਹ ਪਤਾ ਕੀ ਪ੍ਰਤੀਕ ਜੇ ਅੱਜ ਤੋਂ? ਆ ਜਿਹੜਾ ਤੁਹਾਡੀਆਂ ਬਾਜੂਆਂ ਦੀ ਤਾਕਤ ਨੂੰ ਜੇ ਕੋਈ ਅੱਜ ਮਰਿਆਦਾ 'ਚ ਰੱਖੇਗਾ ਤੇ ਸਰਬਲੋਹ ਦਾ ਕੜਾ ਰੱਖੇਗਾ। ਇਸੇ ਕਰਕੇ ਕਿਹਾ ਸਰਬਲੋਹ ਕੀ ਰੱਛਾ ਹਮੇ। ਆ ਸਰਬਲੋਹ ਦਾ ਕੜਾ ਅੱਜ ਤੋਂ ਇਹ ਦੱਸੇਗਾ ਕਿ ਕਿਸੇ ਵਹਿਮ ਭਰਮ, ਕਿਸੇ ਪਖੰਡ ਨੂੰ ਨਹੀਂ ਮੰਨਦਾ, ਕਿਸੇ ਮੌਲੀਆਂ ਨੂੰ ਆਪਣੇ ਹੱਥਾਂ ਤੇ ਨਹੀਂ ਬੰਨ੍ਹਦਾ, ਕਿਸੇ ਧਾਗਿਆਂ ਤਵੀਤਾਂ ਨੂੰ ਪੈਰਾਂ ਦੇ ਗਿੱਟਿਆਂ ਦੇ ਨਾਲ ਨਹੀਂ ਬੰਨ੍ਹਦਾ। ਅੱਜ ਤੇ ਨੌਜਵਾਨ ਕੁੜੀਆਂ ਵੀ ਆਪਣੇ ਗਿੱਟਿਆਂ ਤੇ ਕਾਲਾ ਧਾਗਾ ਬੰਨ੍ਹਣ ਲੱਗ ਪਈਆਂ। ਸੋ ਇਹ ਸਮਝਣਾ ਪਊਗਾ। ਲੋਹਗੜ੍ਹ ਦੇ ਸਫ਼ਰ ਤੱਕ ਮੈਂ ਤੁਹਾਨੂੰ ਅੱਜ ਤੱਕ ਲੈ ਕੇ ਆਇਆ। 3 ਕਿਲਿਆਂ ਦਾ ਸਫ਼ਰ ਆਪਾਂ ਆਨੰਦਪੁਰ ਦੀ ਠੇਰੀ ਤੱਕ ਪਹੁੰਚਣ ਤੋਂ ਪਹਿਲਾਂ ਆਉਣ ਵਾਲੇ ਦਿਨਾਂ 'ਚ ਕਰਾਂਗੇ। ਹੋ ਸਕਦਾ ਮੇਰੇ ਬਚਨ ਬੜੇ ਚੁਭਵੇਂ ਹੋਣ, ਕਈਆਂ ਨੂੰ ਨਹੀਂ ਵੀ ਚੰਗੇ ਲੱਗਦੇ, ਪਰ ਮੇਰੀ ਝੋਲੀ ਪਾ ਦਿਆ ਕਰੋ। ਮੈਂ ਬਹੁਤ ਵਾਰੀ ਕੌੜਾ ਬੋਲ ਸਕਦਾ, ਪਰ ਮੇਰਾ ਗੁਰੂ ਨਹੀਂ ਜੇ ਕੌੜਾ ਬੋਲਦਾ। ਉਹ ਸਾਨੂੰ ਸਮਝਾਉਂਦਾ, ਕਿਉਂਕਿ ਉਹ ਮਿੱਠ ਬੋਲੜਾ ਜੀ ਹਰ ਸੱਜਣ ਸੁਆਮੀ ਮੋਰਾ। ਤੇ ਮੇਰੇ ਵਾਸਤੇ ਅਰਦਾਸ ਕਰਿਓ ਕਿ ਜਦ ਤੱਕ ਇੱਥੇ ਰਵਾਂ, ਸੱਚ ਤੇ ਪਹਿਰਾ ਦਿੰਦਾ ਰਵਾਂ। ਤੇ ਸਭ ਕੁਝ ਮੈਂ ਵੀਰ ਪ੍ਰਬੰਧਕਾਂ ਦਾ ਬੜਾ ਧੰਨਵਾਦ ਕਰਦਾ। ਜਦੋਂ ਵੀ ਕਿਤੇ ਮੈਂ ਡੋਲਣ ਲੱਗਦਾ ਨਾ, ਤੇ ਇਹ ਨੌਜਵਾਨ ਵੀਰ ਮੈਨੂੰ ਭਾਜੀ ਹੁਣੀ ਕਹਿਣਗੇ ਤੁਸੀਂ ਸੱਚ ਦੀ ਗੱਲ ਕਰਿਆ ਕਰੋ। ਕੋਈ ਗੱਲ ਨਹੀਂ, ਸੰਗਤ ਸਾਰੀ ਸੁਣਦੀ ਹੈ। ਆ ਤੁਹਾਡੀਆਂ ਵਰਗੀ ਸੰਗਤ ਇੰਨੀ ਪਿਆਰੀ ਹੈ ਨਾ, ਤੁਸੀਂ ਸਾਰੇ, ਤੁਹਾਡੇ ਹੌਸਲੇ ਦੇ ਨਾਲ ਮੈਨੂੰ ਹੌਸਲਾ ਮਿਲ ਜਾਂਦਾ ਹੈ ਕਿ ਮੈਂ ਸੱਚ ਜਿੰਨਾ ਕੁ ਮੈਨੂੰ ਪਤਾ ਲੱਗਦਾ ਹੈ ਮੈਂ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਦਾ। ਸੋ ਹੋ ਸਕਦਾ ਕਿ ਕਈ ਵਾਰੀ ਮੇਰਾ ਕਿਰਦਾਰ ਵੀ ਇੱਥੇ ਨਾ ਟੁਕੇ, ਤੇ ਅਰਦਾਸ ਕਰਿਓ ਕਿ ਮੈਂ ਆਪਣੇ ਕਿਰਦਾਰ ਦੇ ਵਿੱਚ ਮੁਕੰਮਲ ਹੋ ਸਕਾਂ। ਹੋਈਆਂ ਭੁੱਲਾਂ ਗਲਤੀਆਂ ਦੀ ਖਿਮਾ ਜੀ। ਆਓ ਗਿਆਨੀ ਜੀ ਹੁਣੀ ਤਾਬਿਆ ਬੈਠੇ ਨੇ, ਆਓ ਆਨੰਦ ਸਾਹਿਬ ਦਾ ਪਾਠ ਕਰੀਏ ਤੇ ਦੀਵਾਨ ਦੀ ਸਮਾਪਤੀ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ